विद्या विचारी तां पर उपकारी, तां पर उपकारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸੁਚੱਜੀ ਸ਼ਖਸੀਅਤ ਉਸਾਰੀ ਕੈਂਪ ਦੇ ਵਿੱਚ ਸਵਾਗਤ ਹੈ ਜੀ। ਹਰ ਰੋਜ਼ ਦੀ ਤਰ੍ਹਾਂ ਕੈਂਪ ਦੀ ਆਰੰਭਤਾ ਜਾਪ ਸੇਵਾ ਤੋਂ ਹੋਵੇਗੀ ਜੀ। ਅੱਜ ਦੀ ਜਾਪ ਸੇਵਾ ਨਿਭਾਉਣਗੇ ਜੀ ਪਰਵਿੰਦਰ ਸਿੰਘ ਜੀ ਮਾਨਸਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਪ੍ਰਸਾਦ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਧੰਨਵਾਦ। ਇੱਕ ਵਾਹਿਗੁਰੂ ਜੀ ਗੁਰਪ੍ਰਸਾਦ ਨਹੀਂ ਬੋਲਣਾ, ਗੁਰਪ੍ਰਸਾਦ ਆਖਣਾ ਹੈ। ਆਪ ਜੀ ਦਾ ਬਹੁਤ ਧੰਨਵਾਦ। ਅਤੇ ਹੁਣ ਕਵਿਸ਼ਰੀ ਹੋਵੇਗੀ ਜੀ। ਕਵਿਸ਼ਰੀ ਦੀ ਸੇਵਾ ਲੈਣਗੇ ਸੰਦੀਪ ਕੌਰ ਜੀ ਅਤੇ ਹਰਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਹਰਦੀਪ ਕੌਰ, ਮੇਰਾ EPP ਨੰਬਰ 15472। ਮੇਰਾ ਨਾਮ ਸੰਦੀਪ ਕੌਰ, ਮੇਰਾ EPP ਨੰਬਰ 15470। ਸਾਡੀ ਜੂਨ ਸੰਗਰੂਰ ਵਾਈਸੀ ਸਰਦਾਰ ਬਹਾਦਰ ਸਿੰਘ ਜੀ। ਅੱਜ ਸਾਡੀ ਕਵਿਸ਼ਰੀ ਦਾ ਵਿਸ਼ਾ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਜਦ ਗਵਾਲੀਅਰ ਕਿਲੇ ਚ ਕੈਦ ਕਰਕੇ ਦਿੱਤਾ, ਸੰਗਤ ਦੇ ਨਾਲੋਂ ਵਿਛੋੜਦਾ ਤਾ ਕਹਿਣ ਰੋਂਦੀਆਂ ਕਿਲੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦਿੰਦੇ ਨੇ ਮੋੜਦਾ ਤਾ। ਉਧਰ ਕਿਲੇ ਚ ਕੈਦੀਆਂ ਕਿਹਾ ਇੱਥੇ ਸਾਡੇ ਸੰਗਲ ਗੁਲਾਮੀ ਦੇ ਤੋੜਦਾ ਤਾ। ਕੈਦੀ ਰਾਜ ਰਿਹਾ ਕਰਵਾਉਣ ਕਰਕੇ ਨਾ ਪੈ ਗਿਆ ਸੀ ਬੰਦੀ ਛੋੜਦਾ ਤਾ, ਨਾ ਪੈ ਗਿਆ ਸੀ ਬੰਦੀ ਛੋੜਦਾ ਤਾ। ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਉਥੇ ਉਥੇ ਹੀ ਮੇਰੇ ਬਲਵੀਰ ਪਹੁੰਚੇ। ਭਾਗ ਭਰੀ ਨੇ ਜਦੋਂ ਅਰਦਾਸ ਕੀਤੀ ਕਿ ਮੇਰੇ ਦਿਲ ਦਾ ਛੂਤ ਦਾ ਤੀਰ ਪਹੁੰਚੇ। ਤੇਰੇ ਚਰਨਾਂ ਚ ਵੀਰ ਦੇ ਗਰੀਬਣੀ ਦਾ ਹੋਣੀ ਸਕਦਾ ਕਦੇ ਸ਼ਰੀਰ ਪਹੁੰਚੇ। ਰਹਿਣਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ। ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ। ਪਿਆਰੇ ਨਾਲ ਸੀਤਾ ਕੋੜੇ ਤਾਂ ਪਾਉਣ ਦੇ ਲਈ, ਪਰੀ ਦੇ ਕੋਲ ਅਖੀਰ ਪਹੁੰਚੇ। ਭਾਈ ਰੂਪੇ ਦੀ ਸਦ ਜਦ ਖਿੱਚ ਪਾਈ, ਤਿੱਖੀ ਧੁੱਪ ਚ ਬਾਟਾਂ ਨੂੰ ਚੀਰ ਪਹੁੰਚੇ। ਪਿਆਸੇ ਪਾਣੀ ਤੋਂ ਬਿਨਾ ਜੋ ਤੜਪ ਰਹੇ ਸਨ, ਉਹਨਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ। ਵਾਸਤੇ ਨਾ ਤੋਂ ਜਲ ਮੀਰ ਮੀਰਾਂ ਦੇ ਪੀਰਾਂ ਦੇ ਪੀਰ ਪਹੁੰਚੇ। ਮੀਰਾਂ ਦੇ ਪੀਰਾਂ ਦੇ ਪੀਰ ਪਹੁੰਚੇ। ਪੁੰਜੇ
ਵੀਰਤਾ ਦੇ ਜਿੱਥੇ ਹਨ ਗੁਰੂ ਜਾਚਕ ਸਿਰੂ, ਹਾਨੀਅਤ ਦੇ ਵੀ ਭੰਡਾਰ ਸਤਿਗੁਰ ਬਾਣੀ, ਵਿੱਚੋਂ ਹੀ ਸਾਨੂੰ ਉਪਦੇਸ਼ ਦਿੰਦੇ ਪੋਥੀ ਦੇ ਨਾਲ ਕਢਾਰ ਸਤਿਗੁਰ ਪਹਿਲੀ ਪਾਤਸ਼ਾਹੀ ਪਿੱਛੋਂ ਸੰਗਤਾਂ ਵਿੱਚ ਕੀਤਾ, ਥਾਂ ਥਾਂ ਜਾ ਕੇ ਪ੍ਰਚਾਰ ਸਤਿਗੁਰ ਪੱਕੇ ਪੈਰਾਂ ਤੇ ਕੌਮ ਨੂੰ ਖੜੀ ਕਰਕੇ ਗੁਰਪੁਰੀ ਨੂੰ ਗਏ ਸੀ ਧਾਰ ਸਤਿਗੁਰ ਪੱਕੇ ਪੈਰਾਂ ਤੇ ਕੌਮ ਨੂੰ ਖੜੀ ਕਰਕੇ ਗੁਰਪੁਰੀ ਨੂੰ ਗਏ ਸੀ ਧਾਰ ਸਤਿਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਧੰਨਵਾਦ, ਆਪਨੇ ਬਹੁਤ ਹੀ ਸੋਹਣੀ ਕਵਿਸ਼ਰੀ ਸਰਵਣ ਕਰਵਾਈ ਜੀ। ਹੁਣ ਆਪਣਾ ਪਹਿਲਾ ਸੈਸ਼ਨ ਲੈਣਗੇ ਜੀ ਲਵਪ੍ਰੀਤ ਸਿੰਘ ਜੀ। ਉਹਨਾਂ ਦਾ ਵਿਸ਼ਾ ਹੈ ਪ੍ਰਭ ਡੋਰੀ ਹਾਥ ਤੁਮਾਰੇ। ਆਪ ਜੀ ਆਪਣਾ ਵਿਸ਼ਾ ਸ਼ੁਰੂ ਕਰੋ ਜੀ। ਅੱਜ ਆਪਾਂ ਨੂੰ ਸਮਾਂ ਮਿਲਿਆਗਾ ਤੇ ਆਪਾਂ ਆਪਣਾ ਅੱਜ ਸੈਸ਼ਨ ਸ਼ੁਰੂ ਕਰਦੇ ਹਾਂ। तो सब तो पहला तो मैं एजुकेट पंजाब प्रोजेक्ट की पूरी टीम का धन्यवाद करदा गा जिन्होंने मैनू इत्थे बोलने का मौका दिता, जो ये बच्चों को वजीफे तौर पर स्कॉलरशिपां दे रहे हैं ते जरूरतमंद बच्चों उन्होंने घर बह के भी हुण ऑनलाइन क्लासां के माध्यम राही गुरबाणी नाल जोड़ रहे हैं। तो मैं सब तो पहला तो एजुकेट पंजाब प्रोजेक्ट का धन्यवाद करदा ते उस तो बाद आपां विषय वाल वधदे हां। मेरा आज का विषय है डोरी, प्रभ डोरी हाथ तुम्हारे। ये शब्द शहीदां दे सरताज जिन्हां दा कुछ दिन पहला आपां शहीदी पुरब बना चुके हाँ। शहीदां दे सरताज साहिब श्री गुरु अर्जन देव महाराज जी सोरठ राग विच फरमाउंदे हन, सोरठ महला पंजवा सोई कराए जो तुद पावै, मोहे सियानप कछु न आवे। हम बारिक तो शरनाई, प्रभ आपे पैज रखाई। मेरा मात पिता हर राया, कर कृपा प्रतिपालन लागा, करी तेरा कराया। जी जानत तेरे तारे, प्रभ डोरी हाथ तुम्हारे। जे करावे सो करना, नानक दास तेरी सरना। जो करावे सो करना, नानक दास तेरी सरना। सो पहला तो आपां जो शब्द उच्चारण किया इसकी संखेप विच व्याख्या करते हैं। पंचम पातशाह साहिब श्री गुरु अर्जन देव जी सोरठ राग विच फरमाउंदे हन, सोई कराए जो तुद भावै, मोहे सियानप कछु न आवे। पंचम पातशाह कहते हैं, हे वाहिगुरु परमात्मा जी, मेरे पासों तो वो सब कुछ करा जो तेनू चंगा लगता है, जो मैनू चंगा नहीं लगता तो वो ना करा। परमात्मा मैनू कोई चतराइयां नहीं आउंदियां, ये चतराइयां अपने किसी काम दरगाह विच नहीं आउंदियां। परमात्मा जी पंच पातशाह कहते हैं कि मेथों चंगे काम करा वाहिगुरु जी, मैनू चतराइयां ना आउन। हम बारिक तो सरनाई, प्रभ आपे पैज रखाई। पातशाह जी कहते हैं कि वाहिगुरु जी मैं तेरा बच्चा गा, मैनू तेरी शरण की जरूरत है, मैं तेरा आसरा लेंदा गा। प्रभु परमात्मा जी प्रभ आपे पैज रखाई,
ਵਾਹਿਗੁਰੂ ਸਾਹਿਬ ਜੀ ਆਪ ਹੀ ਮੇਰੀ ਇੱਜ਼ਤ ਰੱਖ, ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ। ਰਹਾਉ, ਇੱਥੇ ਰਹਾਉ ਦਾ ਬੰਦ ਭਾਵ ਰਹਾਉ ਦਾ ਅਰਥ ਠਹਿਰਾਓ, ਠਹਿਰੋ, ਇੱਥੇ ਰੁਕੋ ਤੇ ਵਿਚਾਰ ਕਰੋ। ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, हे ਵਾਹਿਗੁਰੂ ਪਾਤਸ਼ਾਹ ਜੀ, ਤੂੰ ਹੀ ਮੇਰੀ ਮਾਂ ਹੈ, ਤੂੰ ਹੀ ਮੇਰਾ ਪਿਤਾ ਹੈ, ਮੇਰਾ ਮਾਤ ਪਿਤਾ ਹਰ ਰਾਇਆ। ਜਿਵੇਂ ਕਿ ਇੱਕ ਹੋਰ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪ੍ਰਮਾਤਮਾ ਜੀ ਤੂੰ ਹੀ ਮੇਰੀ ਮਾਂ ਹੈ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੈਨੂੰ ਪਾਲਦਾ ਪੋਸਦਾ ਹੈ, ਤੇ ਮੈਂ ਉਹੀ ਕੁਝ ਕਰਦਾ ਜੋ ਤੂੰ ਮੇਰੇ ਕੋਲੋਂ ਕਰਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ। ਜੀ ਜਾਂਤ ਤੇਰੇ ਤਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਵਾਹਿਗੁਰੂ ਜੀ ਜੋ ਵੀ ਤੂੰ ਪ੍ਰਾਣੀ ਤੇ ਹੋਰ ਜੀ ਪੈਦਾ ਕੀਤੇ ਆ, ਇਹ ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇ ਸਵਾਮੀ ਜੀ ਉਹਨਾਂ ਦੀ ਨਕੇਲ ਡੋਰ ਤੇਰੇ ਹੱਥ ਵਿੱਚ ਹੈ। ਇੱਥੇ ਹੁਣ ਨਕੇਲ ਦਾ ਆਪਾਂ ਸਮਝਣਾ ਭਾਵ ਅਰਥ ਕੀ ਆ। ਪੁਰਾਣੇ ਸਮਿਆਂ ਦੇ ਵਿੱਚ ਊਠਾਂ ਦੇ ਨੱਕ ਵਿੱਚ ਨੱਥ ਪਾਉਂਦੇ ਸਨ, ਜੋ ਰੱਸੀ ਪਾਉਂਦੇ ਸੀਗੇ ਉਹਨੂੰ ਨਕੇਲ ਕਹਿੰਦੇ ਹੁੰਦੇ ਸੀਗੇ, ਤੇ ਉਹ ਨਕੇਲ ਉਹ ਊਠਾਂ ਦੇ ਨੱਕ ਦੇ ਵਿੱਚ ਪਾਈ ਹੁੰਦੀ ਸੀਗੀ, ਤੇ ਨੱਥ ਕਹਿਣ ਦਾ ਭਾਵ ਆਪਾਂ ਸਮਝ ਤਾਂ ਜਾਂਦੇ ਹੈਗੇ, ਤੇ ਰੱਸੀ ਊਠ ਦੇ ਨੱਕ 'ਚ ਪਾ ਕੇ ਊਠ ਨੂੰ ਕਾਬੂ ਕਰਦੇ ਸਨ। ਤਾਂ ਪੰਜ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਵਾਹਿਗੁਰੂ ਜੀ ਤੁਸੀਂ ਵੀ ਸਾਰੇ ਜੀਵ ਜੰਤੂ ਧਰਤੀ ਤੇ ਪੈਦਾ ਕੀਤੇ ਹੋਏ ਹਨ, ਤੇ ਉਹਨਾਂ ਸਾਰਿਆਂ ਦੇ ਨੱਕ 'ਚ ਇੱਕ ਨਕੇਲ ਪਾਈ ਹੋਈ ਹੈ, ਤੇ ਉਹਨਾਂ ਨੂੰ ਆਪਦੇ ਵਸ ਵਿੱਚ ਚਲਾ ਕੇ ਰੱਖਦਾ ਹੈ। ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਜੋ ਕੁਝ ਪ੍ਰਮਾਤਮਾ ਤੁਹਾਨੂੰ ਚੰਗਾ ਲੱਗਦਾ ਗਾ ਤੁਸੀਂ ਉਹੀ ਕਰਾਉਂਦੇ ਹੋਗੇ, ਤੇ ਕੇਵਲ ਉਹੀ ਉਹ ਕਰਦੇ ਹਨ ਜੋ ਪ੍ਰਭੂ ਤੁਸੀਂ ਕਰਾਉਂਦੇ ਹੋ। ਜੀਵ ਜੰਤੂ ਸਾਰਾ ਕੁਝ ਉਹੀ ਕਰਦੇ ਆ, ਤੇ ਗੁਰੂ ਨਾਨਕ ਦੇਵ ਜੀ ਵੀ ਤੇਰੀ ਪਨਾਹ ਲੈਂਦੇ ਹਨ। ਤੇ ਆਪਾਂ ਇੱਥੇ ਸ਼ਬਦ ਦੀ ਸੰਖੇਪ ਜੀ ਵਿਆਖਿਆ ਕੀਤੀ ਸੀਗੀ। ਹੁਣ ਆਪਾਂ ਡੋਰੀ ਸ਼ਬਦ ਜੋ ਅਪਣਾਦਾ ਹੈ, ਪਰ ਡੋਰੀ ਹਾਥ ਤੁਮਾਰੇ, ਇਸ ਦੀ ਵਿਆਖਿਆ ਕਰਨ ਜਾ ਰਹੇ ਹਾਂ। ਜਿਵੇਂ ਕਿ ਪ੍ਰਭੂ ਪਰਮਾਤਮਾ ਨੇ ਜਗਤ ਦੀ ਸਾਜਨਾ ਕੀਤੀ, ਸਾਰੇ ਜੀਵ ਪੈਦਾ ਕੀਤੇ, ਵੱਖੋ ਵੱਖਰੇ ਕੰਮਾਂ ਵਿੱਚ ਲਾਇਆ, ਕਿਸੇ ਨੂੰ ਕਿਸੇ ਕੰਮ, ਹਰੇਕ ਆਪੋ ਆਪਣੇ ਕੰਮ ਕਰਦਾ ਪ੍ਰਭੂ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ। ਤੇ ਪਰਮਾਤਮਾ ਜੀ ਨੇ ਸਾਰੀ ਸ੍ਰਿਸ਼ਟੀ ਸਾਜੀ, ਤੇ ਇਸ ਨੂੰ ਇੱਕ ਹੁਕਮ ਦੀ, ਹੁਕਮ ਰੂਪੀ ਡੋਰ ਵਿੱਚ ਬੰਨਿਆ ਹੋਇਆ ਗਾ। ਤੇ ਪ੍ਰਭੂ ਨੇ ਇਹ ਹੁਕਮ ਦੀ ਡੋਰ ਅਸਲ ਵਿੱਚ ਮਨੁੱਖ ਨੂੰ ਬੁਰੇ ਕੰਮਾਂ ਤੋਂ ਰੋਕਣ ਲਈ ਲਾਈ ਹੋਈ। ਹੁਣ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਲੈ ਲਈਏ ਕਿ ਆਪਣੇ ਕੋਲੇ ਪਸ਼ੂ ਹੁੰਦੇ ਹਨ, ਕਿਸੇ ਮਾਲਕ ਕੋਲੇ ਮੰਨ ਲਓ, ਤੇ ਪਸ਼ੂ ਹੁੰਦੇ ਆ, ਤੇ ਉਹ ਨੱਕ 'ਚ ਮੰਨ ਲਓ ਜਾਂ ਡੋਰ ਨੱਥ ਪਾ ਕੇ ਰੱਖਦਾ ਗਾ, ਗਲ 'ਚ ਪਾ ਲੈਂਦਾ, ਤੇ ਉਹਨੂੰ ਕਾਬੂ ਰੱਖਦਾ। ਇਸੇ ਤਰ੍ਹਾਂ ਪ੍ਰਮਾਤਮਾ ਨੇ ਆਪਣੀ ਡੋਰ ਬੰਨੀ ਹੋਈ ਆ, ਤੇ ਆਪਾਂ ਨੂੰ ਕਾਬੂ ਕਰਨ ਦੀ ਪ੍ਰਮਾਤਮਾ ਕੋਸ਼ਿਸ਼ ਕਰਦਾ ਗਾ। ਜਿਵੇਂ ਆਪਾਂ ਪਸ਼ੂ ਦੀ ਉਦਾਹਰਨ ਲੈਂਦੇ ਸੀਗੇ ਕਿ ਮਾਲਕ ਪਸ਼ੂ ਦੇ ਨੱਕ 'ਚ ਡੋਰ ਪਾਉਂਦਾ ਗਾ, ਉਹਨੂੰ ਜਿਵੇਂ ਚਾਹੁੰਦਾ ਗਾ ਉਹਦਾ ਇਸਤੇਮਾਲ ਕਰਦਾ। ਇੱਥੇ ਆਪਾਂ ਸੋਚਣ ਦੀ ਗੱਲ ਆ ਕਿ ਜਿਹੜਾ ਪਸ਼ੂ ਆ ਉਹ ਮਨੁੱਖ ਤੋਂ ਵੱਧ ਤਾਕਤਵਰ ਆ, ਫਿਰ ਵੀ ਮਨੁੱਖ ਉਹਦੇ ਨੱਕ 'ਚ ਨਕੇਲ ਪਾ ਕੇ ਭਾਵ ਡੋਰ ਪਾ ਕੇ ਉਹਨੂੰ ਕਾਬੂ ਕਰਦਾ, ਤੇ ਉਹਦੀ ਸ਼ਕਤੀ ਆ ਜਿਹੜੀ ਉਹਦਾ ਚੰਗੇ ਪਾਸੇ ਕੰਮ ਲੈਂਦਾ, ਇਸਤੇਮਾਲ ਕਰਦਾ ਸ਼ਕਤੀ ਦਾ ਸਿੱਧੇ ਰਾਹ। ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਆਪਣੀ ਡੋਰ ਬੰਨੀ ਹੋਈ ਆ, ਤੇ ਪ੍ਰਮਾਤਮਾ ਅੱਜ ਆਪਾਂ ਚੰਗੇ ਕੰਮ ਕਰਵਾਉਣਾ ਚਾਹੁੰਦੇ ਨੇ, ਪਰ ਇੱਥੇ ਰੁਕਣ ਵਾਲੀ ਗੱਲ ਆ ਗਈ। ਜਿਵੇਂ ਮਨੁੱਖ ਪਸ਼ੂ ਨੂੰ ਚਾਰਾ ਪਾਉਂਦਾ ਗਾ, ਜਿਵੇਂ ਪਸ਼ੂ ਚੰਗਾ ਰਹਿੰਦਾ, ਵਧੀਆ ਕੰਮ ਕਰਦਾ ਗਾ, ਮਤਲਬ ਵੀ ਆਪ ਨੂੰ ਆਪਣੀ ਵਿੱਚ ਵਧੀਆ ਘਾਹ ਖਾਂਦਾ ਰਹਿੰਦਾ ਗਾ, ਕੋਈ ਬੁਰਾ ਕੰਮ ਨਹੀਂ ਕਰਦਾ, ਕਿਸੇ ਨੂੰ ਕੁਝ ਨਹੀਂ ਕਹਿੰਦਾ, ਤੁਰਿਆ ਫਿਰਦਾ ਰਹਿੰਦਾ, ਤਾਂ ਉਹਦਾ ਮਾਲਿਕ ਉਹਨੂੰ ਢਿੱਲ ਦੇ ਦਿੰਦਾ ਵੀ ਕੋਈ ਗੱਲ ਨਹੀਂ, ਫਿਰਦਾ ਰਹਿਣ ਦੇ, ਵੀ ਕੋਈ ਨਾ ਘਾਈ ਖਾਂਦਾ, ਵੀ ਕੁਝ ਬੁਰੇ ਕੰਮ ਨਹੀਂ ਕਰਦਾ। ਤੇ ਇਸੇ ਤਰ੍ਹਾਂ ਜਦੋਂ ਪਸ਼ੂ ਆਪਣੇ ਪਸ਼ੂ ਪੁਣੇ ਹਰਕਤਾਂ ਕਰਦਾ ਤੇ ਪਸ਼ੂ ਪੁਣੇ ਵਿੱਚ ਆਉਂਦਾ, ਤਾਂ ਉਹਦਾ ਮਾਲਕ ਉਹਦੀ ਡੋਰ ਖਿੱਚਦਾ ਤੇ ਉਹਨੂੰ ਫੇਰ ਸਿੱਧੇ ਰਾਹ ਪਾਉਂਦਾ। ਇਸ ਤਰ੍ਹਾਂ ਹੀ ਪ੍ਰਮਾਤਮਾ ਮਨੁੱਖ ਨੂੰ ਕਰਦਾ ਗਾ ਕਿ ਜਦੋਂ ਮਨੁੱਖ ਬੁਰੇ ਰਾਹਾਂ ਤੇ ਪੈਂਦਾ ਗਾ, ਪਹਿਲਾਂ ਤਾਂ ਪ੍ਰਮਾਤਮਾ ਢਿੱਲ ਦਿੰਦਾ ਪੂਰੀ, ਵੀ ਕੋਈ ਗੱਲ ਨਹੀਂ, ਬੱਚਾ ਗਾ, ਹੌਲੀ ਹੌਲੀ ਸਿੱਧੇ ਰਾਹ ਪੈ ਜਾਊਗਾ। ਪਰ ਜਦੋਂ ਮਨੁੱਖ ਗਲਤੀਆਂ ਕਰਦਾ ਗਾ, ਤਾਂ ਪ੍ਰਮਾਤਮਾ ਵੀ ਇਸੇ ਤਰ੍ਹਾਂ ਹੀ ਪਸ਼ੂ ਜਿਵੇਂ ਮਾਲਕ ਉਹਦਾ ਖਿੱਚਦਾ ਗਾ, ਉਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਫਿਰ
ਡੋਰ ਨੂੰ ਖਿੱਚ ਕੇ ਮਨੁੱਖ ਨੂੰ ਸਿੱਧੇ ਰਾਹ ਪਾ ਹੀ ਦਿੰਦਾ ਹੈ। ਤੇ ਇੱਥੇ ਆਪਾਂ ਨੂੰ ਹੁਣ ਪਸ਼ੂ ਤੇ ਜੋ ਗੱਲ ਕੀਤੀ ਹੈ, ਪਸ਼ੂ ਤੇ ਗੱਲ ਨਹੀਂ, ਪਸ਼ੂ ਸਮਝੇ ਚਾਹੇ ਨਾ ਸਮਝੇ, ਆਪਾਂ ਨੂੰ ਉਹਦੇ ਕੋਈ ਗੱਲ ਨਹੀਂ ਕਰਨੀ, ਪਰ ਆਪਾਂ ਨੂੰ ਮਨੁੱਖ ਨੂੰ ਸਮਝਣਾ ਚਾਹੀਦਾ ਗਾ ਕਿ ਉਦਾਹਰਨ ਤੌਰ ਤੇ ਜੇ ਪਸ਼ੂ ਨੂੰ ਆਪਾਂ ਸਿੱਧੇ ਰਾਹ ਪਾ ਸਕਦੇ ਹਾਂ ਤਾਂ ਮਨੁੱਖ ਕਿਉਂ ਸਿੱਧੇ ਰਾਹ ਪੈ ਸਕਦਾ। ਜੇ ਮਨੁੱਖ ਦੀ ਮੰਨ ਲਾ ਵੀ ਆਪਾਂ ਕਹਿੰਦੇ ਜੀ ਕਿ ਨਹੀਂ ਕਰ ਸਕਦਾ, ਤਾਂ ਸਾਹਿਬ ਪੰਚਮ ਪਾਤਸ਼ਾਹ ਜੀ ਸ਼ਬਦ ਫਰਮਾਉਂਦੇ ਹਨ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ। ਪਰਮਾਤਮਾ ਜੀ ਤੁਸੀਂ ਮੇਥੋਂ ਉਹੀ ਕਰਾਓ ਜੋ ਤੁਹਾਨੂੰ ਚੰਗਾ ਲੱਗਦਾ ਹੈ। ਤੇ ਇਸੇ ਕਰਕੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਆਪਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਜ਼ਰੂਰਤ ਹੈ। ਗੁਰਬਾਣੀ ਵਿਚਾਰ ਗਏ ਤੇ ਆਪਾਂ ਗੁਰਬਾਣੀ ਰੂਪੀ ਡੋਰ ਅੱਜ ਆਪਣੇ ਗਲ ਚ ਪਾਵਾਂਗੇ ਤਾਂ ਪਰਮਾਤਮਾ ਜੀ ਦਾ ਸ਼ਬਦ ਸੁਣਾਂਗੇ। ਜੋ ਸੁਣਾਂਗੇ ਸ਼ਬਦ ਆਪਾਂ ਨੂੰ ਬੁੱਧੀ ਆਊਗੀ, ਆਪਾਂ ਸਿੱਧੇ ਰਾਹ ਮੱਲੋ ਮੱਲੀ ਗੁਰੂ ਦੀ ਗੱਲ ਮੰਨ ਕੇ ਉਸੇ ਰਾਹ ਜਾਵਾਂਗੇ। ਤੇ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ ਤਾਂ ਆਪਾਂ ਜੀਵਨ ਵੀ ਸਫਲਾ ਹੋਵੇਗਾ। ਇੱਕ ਕਿਸੇ ਵਿਦਵਾਨ ਪੁਰਸ਼ ਦਾ ਸ਼ਬਦ ਹੈ ਕਿ ਆਜ਼ਾਦੀ ਕੀ ਆ? ਆਜ਼ਾਦੀ ਕੁਝ ਪਾਬੰਦੀਆਂ ਨੇ, ਜੋ ਇਹਨਾਂ ਦਾ ਪਾਬੰਦ ਹੋਵੇ ਅਸਲ ਵਿੱਚ ਆਜ਼ਾਦ ਉਹੀ ਹੈ। ਭਾਵ ਆਜ਼ਾਦੀ ਲਈ ਵੀ ਕੁਝ ਪਾਬੰਦੀਆਂ ਦਾ ਪਾਬੰਦ ਰਹਿਣਾ ਪੈਂਦਾ ਹੈ। ਜਿਵੇਂ ਉਦਾਹਰਨ ਤੌਰ ਤੇ ਆਪਾਂ ਲੈ ਲਈਏ ਕਿ ਪਹਿਲਾਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਆਪਾਂ ਕਹਿੰਦੇ ਸਾਨੂੰ ਜੀ ਆਜ਼ਾਦੀ ਦਿਵਾਓ, ਆਜ਼ਾਦੀ ਦਿਵਾਓ, ਤੇ ਬਾਅਦ ਵਿੱਚ ਆਜ਼ਾਦੀ ਮਿਲੀ। ਪਰ ਆਜ਼ਾਦੀ ਐ ਨਹੀਂ ਮਿਲੀ ਕਿਸੇ ਦੇ ਘਰੇ ਵਗ ਜਾਓ, ਕਿਸੇ ਨੂੰ ਕੁੱਟੋ, ਜਿੱਧਰ ਜੀ ਕਰ ਤੁਰੇ ਫਿਰਦੇ ਰਹੋ। ਆਜ਼ਾਦੀ ਮਿਲੀ ਆ ਪਰ ਕੁਝ ਪਾਬੰਦੀਆਂ ਦੇ ਵਿੱਚ, ਆਪਣੇ ਘਰੇ ਰਹਿਣਾ, ਮਤਲਬ ਕਿਸੇ ਨੂੰ ਦੁੱਖ ਤਕਲੀਫ ਨਹੀਂ ਕਰਨੀ। ਜੇ ਖੱਬੇ ਪਾਸੇ ਚੱਲਣਾ ਤਾਂ ਆਪਾਂ ਉੱਥੇ ਰਹਿਣਾ, ਇਹ ਨਹੀਂ ਸੱਜੇ ਪਾਸੇ ਆਵਾਂਗੇ ਸਾਨੂੰ ਤਾਂ ਆਜ਼ਾਦੀ ਮਿਲ ਗਈ, ਏਦਾਂ ਨਹੀਂ। ਜੇ ਆਜ਼ਾਦ ਹੋਣਾ ਤਾਂ ਕੁਝ ਪਾਬੰਦੀਆਂ ਵਿੱਚ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮੇਰੀ ਗੱਲ ਮੰਨ, ਵੀ ਐਂ ਨਹੀਂ ਕਹਿੰਦਾ ਵੀ ਤੂੰ ਵੀ ਹੁਣ ਤੈਨੂੰ ਧਰਤੀ ਤੇ ਭੇਜਤਾ ਵੀ ਤੂੰ ਕੁਛ ਮਰਜ਼ੀ ਕਰ, ਵੀ ਕੁਝ ਪਾਬੰਦੀਆਂ ਕੁਝ ਨਿਯਮਾਂ ਦੇ ਵਿੱਚ ਰਹਿ ਕੇ ਕੰਮ ਕਰਨਾ। ਤੇ ਪਰਮਾਤਮਾ ਜੀ ਆਪਾਂ ਨੂੰ ਸਮਝਾਉਣਾ ਕਰਦੇ ਨੇ। ਤੇ ਇਸੇ ਤਰ੍ਹਾਂ ਜੇ ਆਪਾਂ ਵਿਕਾਰਾਂ ਦੀ ਗੁਲਾਮੀ, ਮਾਇਆ ਦੀ ਗੁਲਾਮੀ ਆਪ ਆਜ਼ਾਦ ਹੋਣਾਗਾ ਤਾਂ ਉਸ ਗੁਰੂ ਦੀ ਮਰਿਆਦਾ ਦੀ ਪਾਬੰਦੀ ਆ। ਤੇ ਉੱਥੇ ਗੁਰੂ ਜੀ ਕਹਿੰਦੇ ਨੇ ਜੇ ਆਪਾਂ ਵੀ ਹੁਣ ਮਾਇਆ ਦੀ ਗੁਲਾਮੀ ਕਰ ਦਿਆਂਗੇ ਤੇ ਆਪਾਂ ਨੂੰ ਗੁਰੂ ਦੀ ਮਰਿਆਦਾ ਦੀ ਪਾਬੰਦੀ ਦਾ ਪਾਲਣ ਹੋਣਾ ਪਵੇਗਾ। ਜਿਵੇਂ ਅੱਗੇ ਆਪਾਂ ਕਹਿ ਸਮਝਦੇ ਹਾਂ ਉਦਾਹਰਨ ਦੇ ਲੈ ਕੇ, ਕਬੀਰ ਜੀ ਕਹਿੰਦੇ ਨੇ ਵੀ ਦੋ ਤਰ੍ਹਾਂ ਦੀ ਜੇਵਰੀ ਹੁੰਦੀ ਆ, ਭਾਵ ਜੰਜੀਰ, ਰੱਸੀ ਸਮਝ ਲਓ, ਡੋਰੀ ਸਮਝ ਲਓ। ਕਬੀਰ ਸਾਹਿਬ ਜੀ ਦੋ ਤਰ੍ਹਾਂ ਦੀ ਜੇਵਰੀ ਦੀ ਗੱਲ ਕਰਦੇ ਆ। ਇੱਕ ਤਾਂ ਆਪਾਂ ਦੁਨਿਆਵੀ ਡੋਰੀ ਗੱਲ ਕਰ ਸਕਦੇ ਹਾਂ, ਜਿਵੇਂ ਮਾਇਆ ਮੋਹ ਹੋ ਗਈ, ਜ਼ਮੀਨ ਜਾਇਦਾਦ, ਜਿਸ ਨੇ ਸਾਰੇ ਜਗਤ ਨੂੰ ਬੰਨਿਆ ਹੋਇਆ ਗਾ। ਇਹ ਡੋਰੀ ਚ ਹਰੇਕ ਜੀਵ, ਜਿੰਨੇ ਪਸ਼ੂ ਪੰਛੀ ਸਭ ਇਸ ਡੋਰੀ ਚ ਪਰੋਏ ਹੋਏ ਆ। ਮਨੁੱਖ ਜਿਵੇਂ ਆਪਾਂ ਮੰਨ ਲਈਏ ਕਿ ਮਾਇਆ ਮਿਲ ਜੇ, ਮੈਨੂੰ ਧਨ ਦੌਲਤ ਬੱਚਿਆਂ ਨੌਕਰੀਆਂ ਮਿਲ ਜਾਣ, ਜਾਇਦਾਦ ਮੇਰੇ ਬੈਂਕ ਅਕਾਊਂਟ ਮੇਰੇ ਬੈਲੈਂਸ ਪੂਰੇ ਹੋ ਜਾਣ, ਆਪਾਂ ਇਹ ਡੋਰੀ ਵਿੱਚ ਪਰੋਏ ਹੋਏ ਹਾਂ। ਤੇ ਇਸ ਡੋਰੀ ਵਿੱਚ ਲੱਗ ਕੇ ਆਪਾਂ ਜਿਹੜਾ ਕੀਮਤੀ ਆਪਾਂ ਨੂੰ ਸਵਾਸ ਮਿਲਿਆ, ਹੀਰੇ ਦੇ ਭਾਅ, ਆਪਾਂ ਇਹਨੂੰ ਕੌਡੀਆਂ ਦੇ ਭਾਅ ਤੋੜ ਰਹੇ ਹਾਂ। ਤੇ ਵਾਹਿਗੁਰੂ ਜੀ ਅੱਗੇ ਕਹਿੰਦੇ ਹਨ ਕਿ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਅਜਿਹੀ ਜੇਵਰੀ ਤੋਂ ਆਜ਼ਾਦ ਹੋਣਾ ਚਾਹੀਦਾ ਹੈ ਜੋ ਮਾਇਆ ਰੂਪੀ ਆ। ਕਬੀਰ ਜੀ ਨੇ ਬਹੁਤ ਸੋਹਣਾ ਸ਼ਬਦ ਫਰਮਾਨ ਕੀਤਾ ਜੀ। ਕਬੀਰ ਜੀ ਕਹਿੰਦੇ ਨੇ, ਕਬੀਰ ਜਗ ਬਾਂਧਿਓ ਜਿਹ ਜੇਵਰੀ, ਤਿਹ ਮਤ ਬੰਧੋ ਕਬੀਰ, ਜਹੇ ਆਟਾ ਲੋਨ ਸਿਆਂ, ਸੋਨ ਸਮਾਨ ਸਰੀਰ। ਕਬੀਰ ਜੀ ਕਹਿੰਦੇ ਨੇ ਮਨੁੱਖ ਨੇ ਆਪਣੇ ਆਪ ਨੂੰ ਮਾਇਆ ਰੂਪੀ ਜੰਜੀਰ ਦੇ ਵਿੱਚ ਕੈਦ ਕੀਤਾ ਹੋਇਆਗਾ ਤੇ ਆਪਣੀ ਸੋਨੇ ਰੂਪੀ ਦੇ ਆਟੇ ਦੇ ਭਾਅ ਦੇ ਰਿਹਾ ਹੈ। ਤੇ ਕਬੀਰ ਜੀ ਨਾਲ ਦੂਜੀ ਜੇਵਰੀ ਦੀ ਗੱਲ ਕਰਦੇ ਹਨ, ਗੁਰਬਾਣੀ ਰੂਪੀ ਜੀਵ ਦੀ ਗੱਲ ਕਰਦੇ ਹਨ। ਦੂਜੀ ਜੇਵਰੀ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਪਹਿਲੀ ਜੇਵਰੀ ਦਾ ਮਾਣ ਮਹਿਸੂਸ ਨਹੀਂ ਕਰਦਾ, ਕਿ ਮੈਨੂੰ ਕੋਈ ਮਾਣ ਨਹੀਂ, ਭਾਵੇਂ ਮੈਨੂੰ ਦੁਨਿਆਵੀ ਮਤਲਬ ਵੀ ਪਦਾਰਥ ਨਾ ਮਿਲਣ, ਜ਼ਮੀਨ ਜਾਇਦਾਦ ਨਾ ਮਿਲੇ, ਮੈਨੂੰ ਇਸ ਦਾ ਕੋਈ ਮਾਣ ਮਹਿਸੂਸ ਨਹੀਂ ਗਾ। ਪਰ ਮੇਰੀ ਜਿਹੜੀ ਦੂਜੀ ਜੇਵਰੀ ਹੈ ਟੁੱਟਦੀ ਟੁੱਟੀ ਆਵੇ, ਨਿਭਦੀ ਨਾ ਨਿਵੇ, ਪਰ ਮੇਰੀ ਦੂਜੀ ਜੇਵਰੀ ਹੈ ਗੁਰੂ ਵਾਲੀ, ਇਹ ਮੇਰੇ ਗੱਲ ਪੈ ਜੀ। ਕਬੀਰ ਸਾਹਿਬ ਜੀ ਨੇ ਫਰਮਾਨ ਬਹੁਤ ਸੋਹਣਾ ਪੀੜ ਫਰਮਾਉਂਦੇ ਹਨ, ਕਬੀਰ ਉਕਰ ਰਾਮ ਕੋ ਮੋਤੀਆ ਮੇਰੂ ਨਾਉ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਚਾਉ। ਕਬੀਰ ਜੀ ਕਹਿੰਦੇ ਨੇ ਪ੍ਰਮਾਤਮਾ ਜੀ ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਘਰ ਚ ਜੇਵਰੀ ਪਾਓ, ਜਿੱਧਰ ਤੁਸੀਂ ਖਿੱਚੋਗੇ ਉਧਰ ਜਾਵਾਂਗੇ। ਤੇ ਹੁਣ ਗੱਲ ਸੋਚਣਾ ਆਪਾਂ ਉਧਰ ਜਾਵਾਂਗੇ ਕਿਵੇਂ? ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ, ਗੁਰਬਾਣੀ ਦੀ ਗੱਲ ਮੰਨਾਂਗੇ, ਫਿਰ ਆਪਾਂ ਉਸ ਰਾਹ ਜਾਵਾਂਗੇ। ਹੁਣ ਕਬੀਰ ਸਾਹਿਬ ਜੀ ਇਸੇ ਬਹੁਤ ਸੋਹਣੀ ਗੱਲ ਕਹਿੰਦੇ ਕਿ ਕਬੀਰ ਜੀ ਕਹਿੰਦੇ ਨੇ
ਕਿ ਇਹ ਜੇਵਰੀ ਦੀ ਇਹ ਖੂਬੀ ਆ ਕਿ ਇਹ ਜੇਵਰੀ ਮੈਨੂੰ ਮੇਰੇ ਮਾਲਕ ਤੋਂ ਕਦੇ ਦੂਰ ਨਹੀਂ ਹੋਣ ਦਿੰਦੀ। ਇਹ ਆਪਾਂ ਨੂੰ ਵੀ ਨਾ ਆਪਣੇ ਮਾਲਕ ਤੋਂ ਦੂਰ ਹੋਣ ਦਿੰਦੀ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ, ਅਮਲ ਕਰਾਂਗੇ ਤੇ ਭਰੋਸਾ ਰੱਖਾਂਗੇ ਗੁਰੂ ਤੇ ਗੁਰੂ ਆਪਾਂ ਨੂੰ ਆਪੇ ਸਿੱਧੇ ਰਾਹ ਪਾਊਗਾ। ਬਸ ਜ਼ਰੂਰਤ ਕੀ ਆ, ਗੁਰੂ ਨਾਲ ਜੁੜਨ ਦੀ, ਗੁਰੂ ਦੀ ਆਗਿਆ ਦਾ ਪਾਲਣ ਕਰਨ ਦੀ। ਗੁਰੂ ਜੀ ਕਹਿੰਦੇ ਨੇ, ਭਾਈ ਕਬੀਰ ਜੀ ਕਹਿੰਦੇ, ਰੱਬੀ ਖੁਸ਼ੀ ਤੋਂ ਬਾਹਰ ਕੋਈ ਕੰਮ ਕਰਨ ਦਿੰਦੀ ਆ। ਜਿਹੜੇ ਲੋਕ ਮਨੁੱਖਤਾ ਤੋਂ ਗਿਰੇ ਹੋਏ ਕਰਮ ਕਰਦੇ ਨੇ, ਇਹ ਜੇਵਰੀ ਮੈਨੂੰ ਉਹਨਾਂ ਲਈ ਬੰਗਾਰ ਬਣ ਜਾਂਦੀ ਆ। ਇਹ ਡੋਰੀ ਪ੍ਰੇਰਨਾ ਦਿੰਦੀ ਆ ਕਿ ਮੈਂ ਆਪਦੇ ਮਾਲਕ ਦਾ ਵਫ਼ਾਦਾਰ ਬਣ ਕੇ ਰਵਾਂ। ਤੇ ਕੁੱਤਾ ਕੇਵਲ ਗੱਲ, ਜਿਵੇਂ ਆਪਾਂ ਉਦਾਹਰਨ ਤੌਰ ਤੇ ਲੈ ਲਈਏ ਕਿ ਇੱਕ ਮਾਲਕ ਦਾ ਵਫ਼ਾਦਾਰ ਕੁੱਤਾ ਹੁੰਦਾ ਗਾ, ਉਹਦੇ ਗਲ 'ਚ ਇੱਕ ਡੋਰੀ ਨਹੀਂ ਹੁੰਦੀ, ਸਗੋਂ ਉਹ ਮਾਲਕ ਦੀ ਵਫ਼ਾਦਾਰੀ ਦਾ ਪ੍ਰਤੀਕ ਹੁੰਦੀ ਆ ਵੀ ਮੈਂ ਮਾਲਕ ਦਾ ਵਫ਼ਾਦਾਰ ਆ। ਜਦੋਂ ਕੁੱਤੇ ਗਲ 'ਚ ਡੋਰੀ ਪਾਈ ਹੁੰਦੀ ਆ ਤੇ ਉਹ ਆਪਣੇ ਮਾਣ ਮਹਿਸੂਸ ਕਰਦਾ ਕਿ ਮੈਂ ਆਪਦੇ ਮਾਲਕ ਦੇ ਘਰ ਦਾ ਨੌਕਰ ਆ, ਕੁੱਕਰ ਆ, ਵੀ ਮੈਨੂੰ ਮੇਰੇ ਮਾਲਕ ਨੇ ਰੱਖਿਆ ਹੈ ਮੈਨੂੰ। ਤਾਂ ਉਹ ਕੁੱਤਾ ਆਪ ਸੰਕਟ ਝੱਲ ਕੇ ਖੁਸ਼ੀ ਮਹਿਸੂਸ ਕਰਦਾ। ਜਦੋਂ ਵੀ ਉਹਦੇ ਮਾਲਕ ਤੇ ਕੋਈ ਦਿੱਕਤ ਆਉਂਦੀ ਆ ਤਾਂ ਕੁੱਤਾ ਉਹਦੀ ਰੱਖਿਆ ਕਰਕੇ ਉਹਦੀ ਸੰਕਟ ਚੋਂ ਬਾਹਰ ਕੱਢ ਕੇ ਆਪ ਮਾਣ ਮਹਿਸੂਸ ਕਰਦਾ। ਤਾਂ ਭਾਈ ਵੀਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਆ, ਵੀਰ ਦਰਸ਼ਨ। ਉਹਨਾਂ ਵਿੱਚ ਬਹੁਤ ਹੀ ਪਿਆਰੀ ਗਾਥਾ ਲਿਖੀ ਆ। ਭਾਈ ਕਬੀਰ ਜੀ ਕਹਿੰਦੇ ਨੇ, ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਇੱਕ ਫੌਜੀ ਸੀ, ਭਾਈ ਚੰਬਾ ਸਿੰਘ ਜੀ, ਤੇ ਉਹ ਫੌਜੀ ਵੀਰ ਬਹਾਦਰ ਯੋਧਾ ਸੀ, ਫੌਜ ਵਿੱਚ ਭਰਤੀ ਸੀ। ਤੇ ਜਦੋਂ ਕੁਝ ਸਮੇਂ ਬਾਅਦ ਉਹਨਾਂ ਨੂੰ ਛੁੱਟੀ ਮਿਲੀ, ਆਪਣੇ ਘਰ ਪਰਿਵਾਰ ਨੂੰ ਮਿਲਣ ਗਏ, ਤਾਂ ਭਾਈ ਚੰਬਾ ਸਿੰਘ ਜੀ ਜੰਮੂ ਦੇ ਰਹਿਣ ਵਾਲੇ ਸਨ। ਆਪਣੇ ਘਰ ਛੁੱਟੀ ਮਿਲਣ ਤੋਂ ਬਾਅਦ ਘਰ ਪਰਤੇ। ਘਰ ਪਹੁੰਚ ਕੇ ਉਹਨਾਂ ਨੇ ਘਰ ਪਰਿਵਾਰ ਨੂੰ ਮਿਲੇ, ਕੇਸ਼ੀ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਉਹ ਆਪਣੇ ਘਰ ਦੇ ਕੋਠੇ ਉੱਪਰ ਆ ਕੇ ਬੈਠ ਗਏ। ਕੇਸ਼ੀ ਇਸ਼ਨਾਨ ਕੀਤਾ ਹੋਇਆ ਸੀ ਤਾਂ ਧੁੱਪ ਸੇਕਣ ਲੱਗ ਪਏ। ਭਾਈ ਸਾਹਿਬ ਜੀ ਧੁੱਪ ਸੇਕ ਰਹੇ ਸਨ, ਧੁੱਪ ਦਾ ਆਨੰਦ ਲੈ ਰਹੇ ਸਨ ਕਿ ਉਸ ਸਮੇਂ ਪੁਰਾਤਨ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਮੁਗਲਾਂ ਦਾ ਰਾਜ ਸੀਗਾ, ਮੁਸਲਮਾਨਾਂ ਦਾ। ਤਾਂ ਉਦੋਂ ਜਦੋਂ ਮੁਸਲਮਾਨਾਂ ਦਾ ਰਾਜ ਸੀਗਾ ਤਾਂ ਉਹ ਮਤਲਬ ਹੀ ਬਹੁਤ ਲੋਕਾਂ ਨੂੰ ਦਬਾਉਂਦੇ ਸਨ, ਉਹਨਾਂ ਤੇ ਬਹੁਤ ਜ਼ੁਲਮ ਕਰਦੇ ਸਨ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋ ਗਿਆ, ਪਹਿਲਾਂ ਉਹਨਾਂ ਨੇ ਜ਼ੁਲਮ ਤਾਂ ਕੀਤੇ ਪਰ ਪਹਿਲਾਂ ਨਾਲੋਂ ਘੱਟ ਸਨ ਜ਼ੁਲਮ, ਇੰਨੇ ਨਹੀਂ ਹੋ ਰਹੇ ਸੀ ਜ਼ੁਲਮ ਪਹਿਲਾਂ ਜਿੰਨੇ। ਤਾਂ ਭਾਈ ਕਬੀਰ ਜੀ, ਭਾਈ ਮਹਾਰਾਜ ਵਾਹਿਗੁਰੂ ਜੀ, ਭਾਈ ਚੰਬਾ ਸਿੰਘ ਜੀ ਵੀ ਆਪਣੇ ਕੋਠੇ ਤੇ ਬਹਿ ਕੇ ਵਾਰ ਸੁਕਾ ਰਹੇ ਸਨ, ਕੇਸ ਸੁਕਾ ਰਹੇ ਸਨ। ਤਾਂ ਇੱਧਰੋਂ ਮੁਸਲਮਾਨ ਵੀਰ ਸ਼ਿਕਾਰ ਕਰਦੇ ਆ ਰਹੇ ਸਨ। ਉਹ ਸ਼ਿਕਾਰ ਕਰਦੇ ਕਰਦੇ ਇੱਧਰ ਭਾਈ ਚੰਬਾ ਸਿੰਘ ਜੀ ਦੇ ਘਰ ਵੱਲ ਆ ਪਰਤੇ। ਤਾਂ ਭਾਈ ਚੰਬਾ ਸਿੰਘ ਜੀ ਦੇ ਘਰ ਦੇ ਸਾਹਮਣੇ ਸਿੱਖਾਂ ਦਾ ਮਹੱਲਾ ਸੀ, ਸਿੱਖ ਇਕੱਠੇ ਹੋਏ ਹੁੰਦੇ ਸਨ। ਜਿਵੇਂ ਆਪਣੇ ਹੁਣ ਕਲੋਨੀਆਂ ਹੁੰਦੀਆਂ ਨੇ, ਇੱਕ ਘਰ ਦੇ ਮਜ਼ਹਬ ਜਾਤ ਦੀਆਂ ਕੋਈ ਵੀ ਮੰਨ ਲਓ ਹੁੰਦੀਆਂ ਨੇ, ਉਸੇ ਤਰ੍ਹਾਂ ਹੀ ਸਿੱਖ ਵੀਰਾਂ ਦਾ ਮਹੱਲਾ ਸੀ। ਸਿੱਖ ਬੀਬੀਆਂ ਭੈਣਾਂ ਬਾਹਰ ਚਰਖਾ ਕੱਤ ਰਹੀਆਂ ਸਨ, ਆਪੋ ਆਪਣੇ ਕੰਮ ਕਰ ਰਹੀਆਂ ਸਨ। ਤਾਂ ਜਦੋਂ ਉਧਰ ਮੁਸਲਮਾਨ ਵੀਰ ਸ਼ਿਕਾਰ ਕਰਦੇ ਕਰਦੇ ਭਾਈ ਚੰਬਾ ਸਿੰਘ ਜੀ ਦੇ ਮਹੱਲੇ ਵੱਲ ਪਰਤੇ, ਉਹਨਾਂ ਦੀ ਨਿਗਾਹ ਬੀਬੀਆਂ ਤੇ ਪਈ ਤੇ ਉਹਨਾਂ ਨੇ ਬੀਬੀਆਂ ਨੂੰ ਮੈਲੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਭਾਈ ਚੰਬਾ ਸਿੰਘ ਜੀ ਉੱਪਰੋਂ ਸਭ ਕੁਝ ਦੇਖ ਰਹੇ ਸਨ। ਭਾਈ ਚੰਬਾ ਸਿੰਘ ਜੀ ਪਹਿਲਾਂ ਦੇਖ ਰਹੇ ਤੇ ਉਹਨਾਂ ਨੇ ਕਿਹਾ, ਭਾਈ ਕੀ ਕੰਮ ਹੈ ਦੱਸੋ। ਉਹ ਚੁੱਪ ਕਰ ਗਏ ਤੇ ਕਹਿਣ ਲੱਗੇ ਕਿ ਤੂੰ ਆਪਣਾ ਕੰਮ ਕਰ ਭਾਈ, ਸਾਨੂੰ ਆਪਣਾ ਕੰਮ ਕਰ ਲੈਣ ਦੇ। ਤਾਂ ਭਾਈ ਚੰਬਾ ਸਿੰਘ ਨੇ ਫੇਰ ਕਿਹਾ ਕਿ ਕੋਈ ਕੰਮ ਹੈ ਤਾਂ ਦੱਸੋ, ਏਦਾਂ ਮਸਕਰੀਆਂ ਨਾ ਕਰੋ। ਉਹਨਾਂ ਨੇ ਗੁੱਸਾ ਆਇਆ ਕਿ ਤੂੰ ਕੌਣ ਸਾਨੂੰ ਟੋਕਣ ਵਾਲਾ, ਤੂੰ ਕੇਸ ਰੱਖ ਕੇ ਸਰਦਾਰ ਬਣ ਕੇ ਸਾਨੂੰ ਹੁੰਦਾ ਕੌਣ ਟੋਕਣ ਵਾਲਾ। ਬਿੱਲੀਆਂ ਨੇ ਵੀ ਕਹਿੰਦੇ, ਉਹ ਭਾਈ ਉਹ ਆਪਣੇ ਮੁਸਲਮਾਨ ਦਾ ਜੀ ਕਹਿੰਦੇ ਨੇ ਕਿ ਬਿੱਲੀਆਂ ਨੇ ਵੀ ਕਦੇ ਸ਼ੇਰਾਂ ਨੂੰ ਟੋਕਿਆ ਗਾ। ਤਾਂ ਭਾਈ ਵੀ ਚੰਬਾ ਸਿੰਘ ਜੀ ਨੇ ਜੋਸ਼ ਭਰੀ ਆਵਾਜ਼ ਵਿੱਚ ਕਿਹਾ ਕਿ ਬਿੱਲੀਆਂ ਨੇ, ਕਿ ਉਹਨਾਂ ਨੇ ਕਿਹਾ ਕਿ ਬਿੱਲੀਆਂ ਨੇ ਵੀ ਕਦੇ ਸ਼ੇਰਾਂ ਨੂੰ ਟੋਕਿਆ ਹੈ। ਤਾਂ ਭਾਈ ਚੰਬਾ ਸਿੰਘ ਜੀ ਜੋਸ਼ ਨਾਲ ਆਵਾਜ਼ ਵਿੱਚ ਕਿਹਾ ਕਿ ਤੂੰ ਹੰਕਾਰੀ ਹੈ ਬੰਦਾ, ਤੇ ਤੈਨੂੰ ਜਵਾਨ ਨਾਲ ਨਹੀਂ ਤਾਂ ਮੈਂ ਕਿਰਪਾਨ ਨਾਲ ਸਬਕ ਸਿਖਾ ਸਕਦਾ ਹਾਂ। ਜਦੋਂ ਭਾਈ ਚੰਬਾ ਸਿੰਘ ਜੀ ਨੇ ਇੰਨੀ ਆਵਾਜ਼ ਕਹੀ ਤਾਂ ਉਹ ਭਾਈ ਚੰਬਾ ਸਿੰਘ ਜੀ ਨੇ ਆਪਣੇ ਕੇਸਾਂ ਨੂੰ ਇਕੱਠਾ ਕੀਤਾ, ਸਿਰ ਤੇ ਨਿੱਕੀ ਦਸਤਾਰ ਬੰਨੀ। ਨਿੱਕੀ ਦਸਤਾਰ ਬੰਨਣ ਤੋਂ ਬਾਅਦ ਭਾਈ ਚੰਬਾ ਸਿੰਘ ਜੀ ਹੇਠਾਂ ਉਤਰੇ ਤੇ ਉਸਨੇ ਕਿਹਾ ਕਿ ਤੂੰ ਤਿਆਰ ਹੋ ਜਾ, ਮੈਂ ਵਾਰ ਕਰਨ ਜਾ ਰਿਹਾ ਹਾਂ। ਤੇ ਭਾਈ ਚੰਬਾ ਸਿੰਘ ਜੀ ਇੰਨੀ ਆਵਾਜ਼ ਸੁਣ ਕੇ ਤਾਂ ਮੂਹਰੋਂ ਮੁਸਲਮਾਨ ਵੀਰ ਬੋਲਿਆ ਕਿ ਤੂੰ ਕੱਲਾਂਗਾ, ਮੇਰੇ ਨਾਲ ਮੇਰੇ ਸਾਥੀ ਆ, ਮੇਰੇ ਕੋਲ ਹਥਿਆਰ ਆ ਤੇ ਸਾਡਾ ਇੱਥੇ ਰਾਹ ਚੱਲਦਾ ਗਾ, ਤੂੰ ਮੇਰਾ ਕੀ ਕਰ ਲਵੇਂਗਾ। ਤਾਂ ਭਾਈ ਸਾਹਿਬ ਜੀ ਨੇ ਜੋਸ਼ ਭਰੀ ਆਵਾਜ਼ ਵਿੱਚ ਕਿਹਾ ਕਿ ਤੂੰ ਤਿਆਰ ਹੋ, ਮੈਂ ਵਾਰ ਕਰਨ ਜਾ ਰਿਹਾ। ਤਾਂ ਭਾਈ ਸਾਹਿਬ ਜੀ ਨੇ ਅੱਖ ਦੇ ਇੱਕ ਹੀ ਝਪਕੇ ਨਾਲ ਐਸਾ ਵਾਰ ਕੀਤਾ ਕਿ ਉਸ ਮੁਸਲਮਾਨ ਵੀਰ ਦੀ ਧੌਣ ਧੜ ਤੋਂ ਅਲੱਗ ਹੋ ਗਈ
ਤੇ ਇਹ ਸਭ ਕੁਝ ਦੇਖ ਕੇ ਉਸਦੇ ਸਾਥੀ ਵੀਰ ਉੱਥੋਂ ਭੱਜ ਚੁੱਕੇ। ਇੰਨੇ ਦੇਖਦੇ ਹੀ ਉੱਥੇ ਰੌਲਾ ਮੱਚ ਗਿਆ, ਸ਼ੋਰ ਸ਼ਰਾਬਾ ਮੱਚ ਗਿਆ। ਤਾਂ ਜਦੋਂ ਭਾਈ ਸਾਹਿਬ ਜੀ ਚੰਬਾ ਸਿੰਘ ਜੀ ਨੇ ਉਸ ਮੁਸਲਮਾਨ ਵੀਰ ਦਾ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਤਾਂ ਉੱਧਰੋਂ ਮੁਸਲਮਾਨ ਵੀਰ ਇਕੱਠੇ ਹੋ ਕੇ ਆਏ। ਜਦੋਂ ਮੈਦਾਨ ਚਾਕਰਾ ਹੋਇਆ ਤਾਂ ਦੋਵੇਂ ਪਾਸੇ, ਇੱਕ ਪਾਸੇ ਮੁਸਲਮਾਨ ਵੀਰ, ਦੂਜੇ ਪਾਸੇ ਸਿੱਖ ਵੀਰ ਇਕੱਠੇ ਹੋਏ। ਤਾਂ ਮੁਸਲਮਾਨ ਵੀਰ ਸਿੰਘਾਂ ਦਾ ਜੋਸ਼ ਤੇ ਉਹਨਾਂ ਦੀਆਂ ਕਿਰਪਾਨਾਂ ਥਰਥਰਾਉਂਦੇ ਦੇਖ ਕੇ ਉਹਨਾਂ ਸੋਚਿਆ ਕਿ ਆਪਾਂ ਨੂੰ ਹਥਿਆਰਾਂ ਦੀ ਜਗ੍ਹਾ ਜੇ ਆਪਾਂ ਇੱਥੇ ਜਵਾਨ ਨਾਲ ਗੱਲਬਾਤ ਕਰ ਲਈਏ ਤਾਂ ਆਪਣਾ ਫਾਇਦਾ ਗਾ। ਤਾਂ ਉਹਨਾਂ ਨੇ ਇੱਥੇ ਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਇੱਥੇ ਇੱਕ ਬੱਚਾ ਨੂੰ ਸਵਾਲ ਪੁੱਛਣਾ ਚਾਹੁੰਦਾ ਗਾ ਕਿ ਇੱਥੇ ਤਲਵਾਰ ਤੇ ਕਿਰਪਾਨ ਵਿੱਚ ਕੋਈ ਬੱਚਾ ਦੱਸ ਸਕਦਾ ਹੈ ਜੀ ਵੀ ਕੀ ਅੰਤਰ ਹੁੰਦਾ ਤਲਵਾਰ ਤੇ ਕਿਰਪਾਨ ਵਿੱਚ? ਜੇ ਉਹ ਦੱਸ ਸਕਦਾ ਤਾਂ ਜੀ ਹੈਂਡ ਕਰ ਲਏ, ਜਾਂ ਕਿ ਚੈਟ ਬਾਕਸ 'ਚ ਦੱਸ ਸਕਦਾ ਗਾ ਤਲਵਾਰ ਤੇ ਕਿਰਪਾਨ 'ਚ ਕੀ ਫਰਕ ਹੁੰਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਤਲਵਾਰ ਤੇ ਕਿਰਪਾਨ ਦੇ ਜਿਹੜੀ ਤਲਵਾਰ ਹੁੰਦੀ ਹੈ ਨਾ, ਉਹ ਮਤਲਬ ਦੇਖੋ ਜਿੱਦਾਂ ਗੁਰੂ ਸਾਹਿਬ ਜੀ ਨੇ ਕਿਹਾ ਕਿਰਪਾਨ ਦਾ ਮਤਲਬ ਹੈ ਕਿਰਪਾ ਆਨ, ਕਿ ਕਿਰਪਾ ਕਰਦੀ ਆ ਹਮੇਸ਼ਾ। ਇਹ ਹਮੇਸ਼ਾ ਜਦੋਂ ਵੀ ਹਨਾ ਆਪਾਂ ਚੱਕਦੇ ਹਾਂ ਚੰਗੇ ਕੰਮ ਵਾਸਤੇ ਚੱਕਦੇ ਹਾਂ, ਕਦੇ ਵੀ ਆਪਾਂ ਕਿਸੇ ਮਜਲੂਮ ਤੇ ਵਾਰ ਕਰਨ ਵਾਸਤੇ ਨਹੀਂ ਚੱਕਦੇ। ਬਟ ਜਿਹੜੀ ਤਲਵਾਰ ਹੈ ਨਾ, ਇਹਦਾ ਭਰੋਸਾ ਨਹੀਂ ਹੈ ਹਨਾ, ਇਹ ਗਲਤ ਕੰਮ ਵਾਸਤੇ ਵੀ ਚੱਕੀ ਜਾ ਸਕਦੀ ਹੈ ਤੇ ਚੰਗੇ ਵਾਸਤੇ ਵੀ ਚੱਕੀ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੋਈ ਹੋਰ ਦੱਸ ਸਕਦਾ? ਸੋਨਾ ਜਵਾਬ ਸੀ। ਕੋਈ ਹੋਰ ਬੱਚਾ ਦੱਸਣਾ ਚਾਹਵੇ ਤਾਂ ਜੀ, ਕੋਈ ਹੋਰ ਬੱਚਾ ਦੱਸਣਾ ਚਾਹੇਗਾ ਦੱਸ ਸਕਦਾ ਜੀ। ਜਿਵੇਂ ਇਹਨਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਭੈਣ ਨੇ ਵੀ, ਕਿਰਪਾਨ ਕਿਰਪਾ ਤੇ ਤਲਵਾਰ ਦਾ ਭਾਵ ਹੁੰਦਾ ਗਾ ਤਲ ਲਾਉਣਾ। ਤਲਵਾਰ ਕਿਸੇ ਵੀ ਹੱਥੇ ਤੇ, ਬਜ਼ੁਰਗ ਤੇ, ਬੀਬੀ ਤੇ, ਬੱਚੇ ਤੇ, ਕਿਸੇ ਦੀ ਉੱਠ ਸਕਦੀ ਹੈਗੀ। ਤਲਵਾਰ ਦਾ ਮਤਲਬ ਹੈ ਤਲ ਲਾਉਣਾ। ਤਲਵਾਰ ਦਾ ਮਤਲਬ ਹੁੰਦੀ ਵਾਰ ਕਰਨਾ। ਤਲਵਾਰ ਐਂ ਦਿਖਦੀ ਮੂਹਰੇ ਬੱਚਾ ਹੈਗਾ, ਬਜ਼ੁਰਗਾਂ ਨੇ ਹੱਥ ਹੈਗਾ ਜਾਂ ਪਿੱਠ ਤੇ ਵਾਰ ਹੁੰਦਾ ਗਾ। ਤੇ ਕਿਰਪਾਨ ਆਪਾਂ ਗੁਰੂ ਸਾਹਿਬ ਜੀ ਨੇ ਕਿਰਪਾਨ ਬਖਸ਼ੀ ਆ। ਕਿਰਪਾਨ ਦਾ ਅਰਥ ਹੁੰਦਾ ਕਿਰਪਾ ਕਰਨੀ, ਭਾਵ ਮਜ਼ਲੂਮਾਂ ਦੀ ਰੱਖਿਆ ਕਰਨੀ। ਨਾ ਤਾਂ ਕਿਰਪਾਨ ਬਜ਼ੁਰਗ ਤੇ, ਨਾ ਨਿਹੱਥੇ ਤੇ, ਨਾ ਬੱਚੇ ਤੇ, ਨਾ ਇਸਤਰੀ ਤੇ, ਨਾ ਬਜ਼ੁਰਗ ਤੇ। ਜਾਂ ਕੋਈ ਜੰਗ ਦੇ ਮੈਦਾਨ 'ਚ ਭੱਜਿਆ ਤਾਂ ਵੀ ਕਿਰਪਾਨ ਉੱਤੇ ਵਾਰ ਨਹੀਂ ਕਰਦੀ। ਤੇ ਇਸ ਲਈ ਆਪਣੇ ਗੁਰੂ ਸਾਹਿਬ ਜੀ ਨੇ ਕਿਰਪਾਨ ਬਖਸ਼ ਕੀਤੀ ਹੈਗੀ ਤੇ ਨਾ ਕਿ ਤਲਵਾਰ। ਤੇ ਆਓ ਆਪਾਂ ਆਪਣੀ ਵਿਸ਼ੇ ਵੱਲ ਵਧੀਏ ਜੀ। ਜਦੋਂ ਉੱਧਰੋਂ ਮੁਸਲਮਾਨ ਵੀਰ ਇਕੱਠੇ ਹੋਏ ਆਏ ਤੇ ਉਹਨਾਂ ਨੇ ਸਾਂਝ ਕੀਤੀ ਕਿ ਵੀ ਸਾਡੇ ਭਾਈ ਮੁਸਲਮਾਨ ਵੀਰ ਦੀ ਗਲਤੀ ਸੀਗੀ, ਇਹਨਾਂ ਨੇ ਗਲਤੀ ਨਾਲ ਬੀਬੀਆਂ ਵੱਲ ਇਹਨਾਂ ਮੈਲ ਨਜ਼ਰ ਨਾਲ ਦੇਖਿਆ। ਤਾਂ ਭਾਈ ਚੰਬਾ ਸਿੰਘ ਜੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਮਾਫੀ ਮੰਗੀ। ਤੇ ਮਾਫੀ ਮੰਗਣ ਤੋਂ ਬਾਅਦ ਉਹ ਉੱਥੋਂ ਚਲੇ ਗਏ। ਤੇ ਮੁਸਲਮਾਨ ਕਾਫੀ ਜੋ ਚਲੇ ਗਏ ਤੇ ਉੱਥੋਂ ਕਾਫੀ ਸਮਾਂ ਵਿਚਾਰ ਕੀਤੀ ਤੇ ਭਾਈ ਸਾਹਿਬ ਜੀ ਦੀਆਂ ਬਹਾਦਰੀ ਦੀਆਂ ਗੱਲਾਂ ਦੂਰ ਤੱਕ ਹੋਣ ਲੱਗੀਆਂ। ਇੱਥੇ ਗੱਲ ਸੋਚਣ ਵਾਲੀ ਇਹ ਆ ਕਿ ਭਾਈ ਚੰਬਾ ਸਿੰਘ ਜੀ ਨੇ ਜਦੋਂ ਉਹਨਾਂ ਨੇ ਮੁਕਾਬਲਾ ਕੀਤਾ ਸੀ ਤਾਂ ਉਹਨਾਂ ਨੇ ਪੁੱਛਿਆ ਸੀਗਾ ਵੀ ਤੂੰ ਇਕੱਲਾ ਗਾ? ਤਾਂ ਉੱਥੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਪਿੱਛੇ ਮੇਰੇ ਪ੍ਰਮਾਤਮਾ ਦਾ ਹੱਥ ਹੈਗਾ। ਤਾਂ ਇਸ ਤੋਂ ਆਪਾਂ ਨੂੰ ਸਿੱਖਣ ਨੂੰ ਇਹ ਜ਼ਰੂਰਤ ਮਿਲਦੀ ਆ ਕਿ ਆਪਾਂ ਨੂੰ ਸਿਰਫ ਕਹਿਣਾ ਨਹੀਂ ਚਾਹੀਦਾ ਕਿ ਮੇਰੇ ਪਿੱਛੇ ਮੇਰੇ ਪ੍ਰਮਾਤਮਾ ਦਾ ਹੱਥ ਆ, ਮੇਰੇ ਪ੍ਰਮਾਤਮਾ ਦੀ ਡੋਰ ਮੇਰੇ ਪਿੱਛੇ ਆ ਗਈ, ਬਲਕਿ ਉਹਤੇ ਯਕੀਨ ਵੀ ਕਰਨਾ ਚਾਹੀਦਾ ਗਾ ਵੀ ਮੇਰੇ ਪ੍ਰਮਾਤਮਾ ਨੇ ਬਲ ਕਿਹਾ, ਮੈਨੂੰ ਭਰੋਸਾ ਹੈਗਾ ਕਿ ਮੇਰੇ ਪ੍ਰਮਾਤਮਾ ਦੀ ਡੋਰ ਮੇਰੇ ਹੱਥ ਆ ਗਈ। ਤੇ ਅੱਗੇ ਭਾਈ ਨੰਦ ਲਾਲ ਜੀ ਦੇ ਪਾਵਨ ਬੋਲ ਸਾਨੂੰ ਧਾਰਮਿਕ ਦੁਨੀਆ ਅੰਦਰ ਅਮੀਰ ਕਰ ਦਿੰਦੇ ਆ, ਕਿਉਂਕਿ ਇਹਨਾਂ ਅੰਦਰ ਗੁਰਮਤਿ ਬਹੁਤ ਪਿਆਰੀ ਸੂਝ-ਬੂਝ ਦਿੱਤੀ ਜਾਂਦੀ ਆ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਦੇ ਕਵੀਆਂ ਵਿੱਚੋਂ ਸਨ। ਉਹ ਫਰਮਾਉਂਦੇ ਨੇ, ਉਹਨਾਂ ਦੇ ਗਜ਼ਲਾਂ ਨੇ ਜੀ, ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਵੀ ਦਰਜ ਨਹੀਂ ਸ਼ਬਦ, ਉਹਨਾਂ ਦੀ ਗਜ਼ਲ ਆ। ਉਹ ਫਰਮਾਉਂਦੇ ਨੇ, ਬੈਗਿਰਦ ਕਾ ਮਿੱਤ ਪਿਆਰੀ ਸੂਝ-ਬੂਝ, ਅਮੀਰ ਰਲ ਕਾ ਏਆ ਜ਼ੁਲਫ ਮੁਸਕਸਾ ਬੇਬਾਸ। ਭਾਈ ਸਾਹਿਬ ਜੀ ਆਖਦੇ ਨੇ ਕਿ ਜੇਕਰ ਕੈਦੀ ਹੀ ਹੋਣਾ ਹੈ, ਡੋਰੀ ਵਿੱਚ ਆਪਣੇ ਆਪ ਨੂੰ ਬੰਨਣਾ ਹੀ ਹੈ, ਤਾਂ ਉਹ ਸੋਹਣਿਆਂ ਦੇ ਸੁਲਤਾਨ ਦੇ ਚਫੇਰੇ ਘੁੰਮ, ਉਹਦੀ ਉਸਤ ਮਹਿਮਾ ਕਰ, ਨਾ ਕਿ ਵਿਕਾਰਾਂ ਰੂਪੀ ਮਾਇਆ ਦੀ ਮਹਿਮਾ ਕਰ। ਜੇ ਤੂੰ ਕੈਦੀ ਹੋਣਾ ਹੀ ਹੈ, ਡੋਰੀ ਵਿੱਚ ਆਪਣੇ ਨੂੰ ਪਰੋਣਾ ਹੀ ਹੈ, ਤਾਂ ਪਰਮਾਤਮਾ ਜਸ ਗਾਇਆ ਕਰ, ਪਰਮਾਤਮਾ ਦੀ ਮਹਿਮਾ ਗਾਇਆ ਕਰ। ਤੇ ਸੱਚ ਹੈ, ਜਿਸਨੇ ਰੱਬ ਦੀ ਡੋਰੀ ਨਾਲ ਰਿਸ਼ਤਾ ਬਣਾ ਲਿਆ, ਉਸਦੀਆਂ ਬਾਕੀ ਸਾਰੀਆਂ ਫਾਂਸੀਆਂ ਪਾਹੀਆਂ ਕੱਟੀਆਂ ਜਾਂਦੀਆਂ ਨੇ। ਦੁਨਿਆਵੀ ਰਿਸ਼ਤੇ ਆਪਣੇ ਆਪ ਆਉਣਗੇ, ਦੁਨਿਆਵੀ ਡੋਰੀ ਜੋ ਮਾਇਆ ਰੂਪੀ ਆ ਉਹ ਤਾਂ ਆਪਣੇ ਆਪ ਪਿੱਛੇ ਆਊਗੀ ਜੇ ਆਪਾਂ ਗੁਰੂ ਦੀ ਡੋਰੀ ਆਪਣੇ ਗਲ ਵਿੱਚ ਪਾ ਲਈ। ਇੱਕ ਹੋਰ ਸੋਹਣਾ ਬਹੁਤ ਫਰਮਾਨ ਲਿਖਿਆ ਜੀ, ਗੁਰਮੁਖ ਗਿਆਨ ਡੋਰੀ ਪਰ ਪਕੜੀ, ਜਿਨ ਖਿੱਚੈ ਤਿਨ ਜਾਈਐ, ਹਰ ਗੁਣ ਗਾਏ ਸਦਾ ਰੰਗ ਰਾਤੇ, ਬਹੁੜ ਨਾ ਪਛੁਤਾਈਐ।
ਗੁਰੂ ਦੀ ਸ਼ਰਨ ਵਿੱਚ ਪੈਣ ਦਾ ਅਸਲ ਵਿੱਚ ਮਤਲਬ ਇਹ ਹੈ ਕਿ ਗਿਆਨ ਰੂਪੀ ਡੋਰ ਨਾਲ ਅਸੀਂ ਆਪਣੇ ਆਪ ਨੂੰ ਬੰਨ੍ਹ ਲਿਆ ਹੈ। ਜਿੱਧਰ ਮਾਲਕ ਲੈ ਜਾਏ ਉਧਰ ਹੀ ਸੁੱਖ ਮਿਲਦਾ। ਹਰੀ ਦੇ ਗੁਣ ਗਾਉਂਦਿਆਂ ਸੱਚੀ ਮਸਤੀ ਮਿਲਦੀ ਆ। ਜ਼ਿੰਦਗੀ ਦੇ ਪਛਤਾਵੇ ਖਤਮ ਹੋ ਜਾਂਦੇ ਆ। ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਰਹਿੰਦਾ ਕਿ ਮੈਂ ਪ੍ਰਮਾਤਮਾ ਰੂਪੀ ਡੋਰ ਵਿੱਚ ਬੰਧਿਆ ਹੋਇਆਗਾ। ਆਪਣਾ ਇਹ ਹੁੰਦਾ ਕਿ ਆਪਾਂ ਵੀ ਕਿਸੇ ਬੁਰੇ ਰਾਹ ਤੇ ਚੱਲ ਰਹੇ ਹਾਂ। ਆਪਾਂ ਨੂੰ ਸਗੋਂ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਗੁਰੂ ਜੀ ਦੀ ਗੱਲ ਕਰਦੇ ਹਾਂ, ਗੁਰੂ ਜੀ ਦੇ ਜਸ ਗਾਉਂਦੇ ਹਾਂ। ਤੇ ਜੋ ਮਨੁੱਖ ਆਪਣੀ ਮਨਮਰਜ਼ੀ ਕਰਦਾ, ਆਪਣੀ ਮਨਮਰਜ਼ੀ, ਮਨਮੁਖ ਕਹਿੰਦੇ ਪਰ ਆਪਣੀ ਮਨਮਰਜ਼ੀ, ਆਪਣੇ ਮਨ ਦੇ ਪਿੱਛੇ ਲੱਗਦਾ ਤੇ ਇੱਕ ਹੱਥ ਡੋਰੀ ਨਾ ਹੋਣ ਕਰਕੇ ਆਪਣੇ ਇੱਕ ਹੱਥ ਡੋਰੀ ਰੱਖਦਾ ਤੇ ਦੂਜੇ ਹੱਥ ਪ੍ਰਮਾਤਮਾ ਡੋਰ ਨਹੀਂ ਰੱਖਦਾ ਤੇ ਉਹ ਆਪਣੀਆਂ ਮੰਜ਼ਿਲਾਂ ਤੇ ਵੀ ਨਹੀਂ ਪਹੁੰਚ ਸਕਦੇ। ਉਹ ਆਪਣੇ ਮੰਜ਼ਿਲਾਂ ਤੋਂ ਵਾਂਝੇ ਰਹਿ ਜਾਂਦੇ ਹੈਗੇ। ਭਾਈ ਗੁਰਦਾਸ ਜੀ ਅਜਿਹੇ ਮਨੁੱਖਾਂ ਦੀਆਂ ਕੁਝ ਉਦਾਹਰਨਾਂ ਦਿੰਦੇ ਆ। ਜਿਵੇਂ ਉਦਾਹਰਨ ਤੌਰ ਤੇ ਭਾਈ ਸਾਹਿਬ ਜੀ ਕਹਿੰਦੇ ਹੈਗੇ, ਇੱਕ ਆਪਾਂ ਵੇਸਵਾ ਦੇ ਜੀਵਨ ਦਾ ਚਿੱਤਰ ਲੈ ਸਕਦੇ ਹਾਂਗੇ ਕਿ ਇੱਕ ਵੇਸਵਾ ਮਨਮੁਖ, ਵੇਸਵਾ ਔਰਤ, ਉਹਦੇ ਸਾਥੀ ਬਹੁਤ ਹੁੰਦੇ ਆ ਪਰ ਸਾਥੀ ਦੇ ਸਵਾਰਥ ਦੇ ਹੁੰਦੇ ਹੈਗੇ। ਤੇ ਦੂਜੇ ਪਾਸੇ ਲੈ ਜਾਂਦਾ ਆਪਾਂ ਸੁਹਾਗਣ। ਸੁਹਾਗਣ ਦਾ ਇੱਕੋ ਸਾਥੀ ਹੁੰਦਾ, ਉਹਦਾ ਪਤੀ, ਜੋ ਦੁੱਖ ਸੁੱਖ ਹਰ ਵਕਤ ਉਹਦੇ ਵੇਲੇ ਹੱਥ ਕੰਮ ਆਵੇਗਾ। ਪਰ ਵੇਸਵਾ ਦਾ ਜਿਹੜੇ ਹੁੰਦੇ ਹੈਗੇ, ਵੇਸਵਾ ਦੇ ਉਹਦੇ ਪਤਾ, ਉਹਦੇ ਜਿਹੜੇ ਗਾਹਕ ਮੰਨ ਲਓ ਕਹਿ ਲਓ ਜਾਂ ਉਹਦੇ ਮਿੱਤਰ, ਉਹ ਸਦਾ ਵਾਸਤੇ ਉਹਦੇ ਕੰਮ ਨਹੀਂ ਆਉਂਦੇ। ਉਹ ਆਪਣੇ ਸਵਾਰਥ ਕਰਕੇ ਆਉਂਦੇ ਆ ਤੇ ਚਲੇ ਜਾਂਦੇ ਆ। ਤੇ ਵੇਸਵਾ ਹੁੰਦੀ ਹੈਗੀ, ਉਹ ਬਦਨਾਮੀ ਖੱਟਦੀ ਆ ਆਪਣੇ ਘਰ, ਆਪਣੇ ਪੇਕੇ ਘਰ, ਸਹੁਰੇ ਘਰ ਤੇ ਹੋਰਨਾਂ ਨੂੰ ਵੀ ਬਦਨਾਮੀ ਖਪਾਉਂਦੀ ਆ। ਜੋ ਉਹਦਾ ਸਾਥ ਕਰਦਾ, ਉਹਦਾ ਸੰਗ ਕਰਦਾ, ਉਹਨਾਂ ਨੂੰ ਵੀ ਬਦਨਾਮੀ ਹੋਣ ਲੱਗ ਜਾਂਦੀ ਆ। ਤੇ ਗੁਰੂ ਜੀ ਕਹਿੰਦੇ ਨੇ ਆਪਾਂ ਨੂੰ ਮਨ ਦੇ ਪਿੱਛੇ ਨਾ ਲੱਗ ਕੇ ਗੁਰਮੁਖ ਗੁਰੂ ਵਾਲੀ ਮੱਤ ਅਪਣਾ ਕੇ ਇੱਕ ਜਿਵੇਂ ਸੁਹਾਗਣ ਵਾਲਾ ਬਿਰਤਾ ਦੱਸਿਆ ਆਪਾਂ ਨੂੰ ਜੀ, ਕਿ ਸੁਹਾਗਣ ਵਾਲਾ ਜੀਵਨ ਬਤੀਤ ਕਰਦਿਆਂ ਹੋਇਆ, ਗੁਰੂ ਦੀ ਮੱਤ ਲੈਂਦਿਆਂ ਹੋਇਆ ਆਪਾਂ ਨੂੰ ਪ੍ਰਭੂ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ। ਤੇ ਜਿਵੇਂ ਆਪਣਾ ਦੁਹਾਗਣ ਕਹਿਣ ਤੋਂ ਭਾਵ ਜਿਵੇਂ ਬੇਸਵਾ ਜੀਵਨ ਹੈਗਾ, ਬੇਸਵਾ ਆਪਣੇ ਜੀਵਨ ਦੇ ਵਿੱਚ ਆਪਣੇ ਬੱਚੇ, ਉਹਨਾਂ ਨੂੰ ਵੀ ਨਰਕਾਂ ਨਾਲ ਭੋਗ ਲੈਂਦੀ ਹੈਗੀ। ਜਿਵੇਂ ਉਹਨਾਂ ਦੇ ਬੱਚੇ ਦਾ ਕੋਈ ਪਿਤਾ ਨਹੀਂ ਦੱਸ ਸਕਦਾ ਵੀ ਇਹਦੇ ਪਿਤਾ ਦਾ ਕੀ ਨਾਮ ਆ, ਤੇ ਇਸੇ ਤਰ੍ਹਾਂ ਮਨਮੁਖ ਦਾ ਵੀ ਕੋਈ ਇੱਥੇ ਟਿਕਾਣਾ ਨਹੀਂ ਰਹਿੰਦਾ। ਜੋ ਗੁਰੂ ਦੀ ਮੱਤ, ਗੁਰੂ ਦੀ ਬੁੱਧ ਅਪਣਾ ਲੈਂਦੇ ਆ, ਉਹਨਾਂ ਦਾ ਇੱਕ ਟਿਕਾਣਾ ਹੋ ਜਾਂਦਾ ਗਾ। ਜਿਵੇਂ ਇੱਥੇ ਆਪਾਂ ਬੇਸਵਾ ਦਾ ਜੀਵਨ ਲੈਤਾ ਗਾ ਕਿ ਬੇਸਵਾ ਇੱਕ ਦੀਵੇ ਦੀ ਤਰ੍ਹਾਂ ਹੁੰਦੀ ਹੈ। ਜਿਵੇਂ ਇੱਕ ਦੀਵਾ ਰਾਤ ਨੂੰ ਆਪਾਂ ਜਗਾਉਂਦੇ ਆਗੇ, ਉਹਦੀ ਇੱਕ ਲੋਹ ਹੁੰਦੀ ਆ, ਉਹਦੇ ਆਸੇ ਪਾਸੇ ਪਤੰਗੇ ਹੁੰਦੇ ਆ, ਤੇ ਜੋ ਪਤੰਗੇ ਨੇ ਉਹਦੇ ਸਾਥੀ ਹੁੰਦੇ ਆ ਬੇਸਵਾ ਦੇ। ਤੇ ਬੇਸਵਾ ਇੱਕ ਲੋਹੇ ਦੀ ਵਾਂਗ ਹੁੰਦੀ ਆ ਜੋ ਆਪਣੇ ਪਤੰਗਿਆਂ ਨੂੰ ਮਾਰ ਦਿੰਦੀ ਆ। ਕਹਿਣ ਤੋਂ ਭਾਵ ਜਿਵੇਂ ਦੀਵਾ ਜਗਦਾ ਗਾ, ਉਹਦੀ ਲੂ ਨੂੰ ਪਤੰਗੇ ਪਿਆਰ ਕਰਦੇ ਆ। ਪਤੰਗੇ ਨਿੱਕੇ ਨਿੱਕੇ ਹੁੰਦੇ ਆ ਮੱਛਰ ਦੀ ਤਰ੍ਹਾਂ, ਉਹਨੂੰ ਪਿਆਰ ਕਰਦੇ ਆਗੇ ਤੇ ਉਹਦੇ ਪਿਆਰ ਵਿੱਚ ਉੱਥੇ ਮਰ ਜਾਂਦੇ ਆ। ਇਸੇ ਤਰ੍ਹਾਂ ਜੋ ਮਨਮੁਖ ਦਾ ਸੰਗ ਕਰਦਾ ਗਾ, ਉਹ ਵੀ ਡੁੱਬ ਜਾਂਦੇ ਆਗੇ। ਆਪ ਦਾ ਬੇਸਵਾ ਆਪਣਾ ਜੀਵਨ ਵਿਅਰਥ ਕਰ ਹੀ ਲੈਂਦੀ ਆ, ਨਾਲ ਦੂਜਾ ਜੀਵਨ ਵੀ ਖਰਾਬ ਕਰ ਦਿੰਦੀ ਆ। ਤੇ ਉਹ ਆਪਣਾ ਨਹੀਂ ਸਗੋਂ ਦੂਜਾ ਜੀਵਨ ਵੀ ਖਰਾਬ ਕਰਦੀ ਆ ਤੇ ਲੋਕ ਪਰਲੋਕ ਵਿੱਚ ਮੂੰਹ ਕਾਲਾ ਕਰ ਲੈਂਦੀ ਆ। ਹੁਣ ਇੱਥੇ ਲੋਕ ਪਰਲੋਕ ਦੀ ਗੱਲ ਕੀਤੀ ਹੈਗੀ ਕਿ ਲੋਕ ਪਰਲੋਕ ਤੋਂ ਕੀ ਭਾਵ ਆ, ਲੋਕ ਪਰਲੋਕ ਕੀ ਹੁੰਦਾ। ਇੱਥੇ ਲੋਕ ਵੀ ਆਪਾਂ ਕੁਝ ਲੋਕ ਕਹਿੰਦੇ ਆ ਵੀ ਆਹ ਧਰਤੀ ਇਹ ਲੋਕ ਤੇ ਉੱਪਰ ਕੁਝ ਹੀ ਆਕਾਸ਼ ਵਿੱਚ ਹੈਗਾ, ਉਹਨੂੰ ਆਪਾਂ ਪਰਲੋਕ ਕਹਿੰਦੇ ਆ। ਏਦਾਂ ਕੁਝ ਵੀ ਨਹੀਂ। ਜੋ ਅੱਜ ਕਰਨਾ ਗਾ ਆਪਣਾ ਕਰਮ, ਇਹਦੇ ਕੱਲ ਆਪਾਂ ਨਤੀਜੇ ਮਿਲਣਗੇ, ਉਹ ਪਰਲੋਕ ਆ। ਜੋ ਅੱਜ ਕਰਾਂਗੇ, ਬੁਰੇ ਕਰਾਂਗੇ ਤਾਂ ਕੱਲ ਚੰਗਾ ਮਿਲ ਜੂਗਾ, ਬੁਰਾ ਮਿਲ ਜੂਗਾ। ਜੇ ਚੰਗਾ ਕਰਾਂਗੇ ਤਾਂ ਕੱਲ ਨੂੰ ਚੰਗਾ ਮਿਲ ਜੂਗਾ। ਤੇ ਇਸ ਤਰ੍ਹਾਂ ਇਸ ਨੂੰ ਆਪਾਂ ਲੋਕ ਪਰਲੋਕ ਕਹਿ ਸਕਦੇ ਹਾਂ। ਤੇ ਇੱਕ ਹੋਰ ਉਦਾਹਰਨ ਦੇ ਤੌਰ ਤੇ ਆਪਾਂ ਜਿਵੇਂ ਇੱਕ ਪੱਥਰ ਦੀ ਕਿਸ਼ਤੀ ਹੁੰਦੀ ਆ, ਪੱਥਰ ਦੀ ਕਿਸ਼ਤੀ ਹੁਣ ਪਤਾ ਉਹ ਤੈਰਦੀ ਤਾਂ ਹੈ ਨਹੀਂ। ਜੇ ਪੱਥਰ ਦੀ ਕਿਸ਼ਤੀ 'ਚ ਆਪਾਂ ਸਵਾਰੀ ਕਰਾਂਗੇ, ਸਵਾਰ ਹੋਵਾਂਗੇ, ਪੱਥਰ ਦੀ ਕਿਸ਼ਤੀ ਨੇ ਡੁੱਬਣਾ ਤਾਂ ਹੈ, ਨਾਲ ਉਹ ਜੋ ਵਿੱਚ ਸਵਾਰ ਹੋਣਗੇ ਉਹ ਵੀ ਡੁੱਬ ਜਾਣਗੇ। ਇਸ ਤਰ੍ਹਾਂ ਮਨਮੁਖ ਤੇ ਭਰੋਸਾ ਨਾ ਕਰਕੇ, ਆਪਣੇ ਮਨ ਦੇ ਭਰੋਸਾ ਨਾ ਕਰਕੇ, ਮਨਮੁਖ ਦੀ ਗੱਲ ਨਾ ਮੰਨ ਕੇ ਦੁਵਿਧਾ ਵਿੱਚ ਰਾਹ ਹੋ ਕੇ ਦੁਸ਼ਟ ਸੰਗਤ ਵਿੱਚ ਰਹਿ ਕੇ ਸਾਰਾ ਜੀਵਨ ਹੀ ਭਰ ਵਿੱਚ ਗੁਜ਼ਰ ਜਾਂਦਾ। ਜੋ ਮਨਮੁਖ ਸੰਗਤ ਕਰਦੇ ਆ, ਆਪਣਾ ਸਾਰਾ ਜੀਵਨ ਭਰਮਾਂ ਵਿੱਚ ਗੁਜ਼ਾਰ ਲੈਂਦੇ ਆ। ਆਪ ਤਾਂ ਸਾਰੀ ਜ਼ਿੰਦਗੀ ਉਹ ਦੁੱਖ ਕੱਟਦੀ ਕਰਦੀ ਆ, ਸਗੋਂ ਉਹਦੀ ਔਲਾਦ ਵੀ ਦੁੱਖ ਭੋਗਦੀ ਆ। ਤੇ ਇੱਥੇ ਇੱਕ ਸ਼ਬਦ ਫਰਮਾਨ ਕਰਦੇ ਆ ਜੀ, ਜਿਉ ਬਹੁ ਮਿਤੀ ਬੇਸਵਾ ਸਭ ਕੁਲਖਨ ਪਾਪ ਕਮਾਵੈ, ਲੋਕ ਹੋ ਦੇਸ ਹੋ ਬਾਹਰੀ, ਤਹਿ ਪੱਖਾ
ਨੂੰ ਔਲੰਗ ਲਗਾਵੈ। ਡੁੱਬੀ ਡੋਬੈ ਹੋਰ ਨਾ, ਮੋਹਰਾ ਮਿੱਠਾ ਹੋਏ ਪਚਾਵੈ। ਕੰਡਾ ਹੇੜਾ ਮਿਰਗ ਜਿਉਂ, ਦੀਪਕ ਹੋਏ ਪਤੰਗ ਜਲਾਵੈ। ਦੁਹੀ ਸਰਾਈ ਜਰਦਰੂ, ਪੱਥਰ ਬੇੜੀ ਪੂਰ ਡੁਬਾਵੈ। ਮਨ ਮੁਖ ਮਨ ਅਠ ਖੰਡ ਹੋਏ, ਦੋਸਟਾ ਸੰਗਤ ਪਰਮ ਭੁਲਾਵੈ। ਵੇਸਵਾ ਪੁੱਤ ਨਿਨਾਉ ਸਦਾਵੈ। ਜਿਵੇਂ ਕਿ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂਗੇ, ਬੇਸਵਾ ਪੁੱਤ ਨਿਨਾਉ ਸਦਾਵੈ। ਹੁਣ ਬੇਸਵਾ ਦੇ ਪੁੱਤ ਨੂੰ ਉਹਦੇ ਆਪਣੇ ਪਿਤਾ ਬਾਰੇ ਕੀ ਪਤਾ। ਹੁਣ ਬੇਸਵਾ ਆਪਣੇ ਪੁੱਤ ਨੂੰ ਕੀ ਕਹੇ ਕਿ ਤੇਰੇ ਪਿਤਾ ਦਾ ਕੀ ਨਾਮ ਆ। ਤੇ ਇਸੇ ਤਰ੍ਹਾਂ ਜਦੋਂ ਪਿਤਾ ਦੀ ਗੱਲ ਕਰਦੇ ਹਾਂ, ਇੱਕ ਵਾਰ ਦੀ ਗੱਲ ਹੈ ਕਿ ਜਦੋਂ ਇੱਕ ਪਿਤਾ ਆਪਣੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਗਾ, ਉਸਦਾ ਬੱਚਾ ਬੁਰੀ ਸੰਗਤ ਵਿੱਚ ਗਲਤ ਹੋ ਚੁੱਕਾ ਹੁੰਦਾ ਗਾ, ਬੁਰੀ ਸੰਗਤ ਕਰਦਾ ਗਾ, ਬੁਰੀ ਸੰਗਤ ਵਿੱਚ ਰਸ ਜਾਂਦਾ, ਤਾਂ ਉਹਦਾ ਪਿਤਾ ਉਹਨੂੰ ਬਹੁਤ ਸਮਝਾਉਂਦਾ। ਆਪਣੇ ਪਿਤਾ ਵੀ ਆਪਾਂ ਨੂੰ ਸਮਝਾਉਂਦੇ ਹੋਣਗੇ ਕਿ ਬੁਰੀ ਸੰਗਤ ਦਾ ਵਾਸਾ ਨਾ ਕਰੋ, ਬੁਰੀ ਸੰਗਤ ਵਿੱਚ ਨਾ ਰਹੋ। ਤੇ ਉਸਦੇ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਤੂੰ ਬੁਰੀ ਸੰਗਤ ਦਾ ਖਰਾ ਛੱਡ ਦੇ, ਬੁਰੀ ਸੰਗਤ ਦਾ ਆਸਰਾ ਨਾ ਲੈ। ਪਰ ਉਹ ਬੱਚਾ ਨਹੀਂ ਸੁਧਰਦਾ। ਤਾਂ ਉਸਦੇ ਪਿਤਾ ਕੀ ਕਰਦਾ ਹੈ, ਉਸਦੇ ਪਿਤਾ ਜੀ ਉਸਨੂੰ ਗੁੱਸੇ ਵਿੱਚ ਆ ਕੇ ਬੰਨ ਲੈਂਦੇ ਆ, ਰੱਸੀ ਦੇ ਨਾਲ ਬੰਨ ਕੇ ਖੂਹ ਦੇ ਵਿੱਚ ਡੋਬ ਦਿੰਦੇ ਆ ਗਏ। ਜਦੋਂ ਬੱਚਾ ਖੂਹ ਦੇ ਵਿੱਚ ਡੁੱਬ ਜਾਂਦਾ, ਪਹਿਲਾਂ ਤਾਂ ਉਸਦੇ ਪੈਰਾਂ ਤੱਕ ਪਾਣੀ ਪਹੁੰਚ ਜਾਂਦਾ, ਆਖਿਰਕਾਰ ਜਦੋਂ ਲੱਕ ਤੱਕ ਹੁੰਦਾ ਹੋਇਆ ਮੂੰਹ ਕੋਲੇ ਪਾਣੀ ਆ ਜਾਂਦਾ, ਤਾਂ ਬੱਚਾ ਅਡੋਲ ਰਹਿੰਦਾ। ਬੱਚਾ ਕੁਛ ਵੀ ਨਹੀਂ ਕਹਿੰਦਾ, ਬੱਚਾ ਕੁਛਦਾ ਵੀ ਨਹੀਂ, ਬੱਚਾ ਚੁੱਪਚਾਪ ਅਡੋਲ ਅਵਸਥਾ ਵਿੱਚ ਰਹਿ ਕੇ ਆਪਣਾ ਕੁਛ ਵੀ ਨਹੀਂ ਕਹਿੰਦਾ। ਤੇ ਉਸਦੀ ਮਾਂ ਕੋਲ ਖਲੋਈ ਹੁੰਦੀ ਆ, ਉਹਦੀ ਮਾਂ ਮਿੰਨਤਾਂ ਕਰਦੇ, ਤਰਲੇ ਕਰਦੀ ਆ ਕਿ ਮੇਰੇ ਬੱਚੇ ਨੂੰ ਛੱਡ ਦੇ, ਇਸ ਤੋਂ ਬਾਅਦ ਇਹ ਬੁਰੇ ਕੰਮ ਨਹੀਂ ਕਰੂਗਾ, ਮੈਂ ਇਹਨੂੰ ਸਮਝਾਵਾਂਗੀ। ਤੇ ਉਹਦੀ ਮਾਂ ਤਰਲੇ ਪਾਉਣ ਲੱਗਦੀ ਆ। ਤਾਂ ਉਸਦਾ ਪਿਤਾ ਉਸਨੂੰ ਨਹੀਂ ਛੱਡਦਾ ਤੇ ਕਹਿੰਦਾ ਵੀ ਅੱਜ ਮੈਂ ਇਸਨੂੰ ਸੁਧਾਰ ਕੇ ਹਟਾਂਗਾ। ਤੇ ਆਖਿਰਕਾਰ ਜਦੋਂ ਉਹਦੀ ਮਾਂ ਤਰਲੇ ਪਾਉਂਦੀ ਆ, ਉਸਦੇ ਪਿਤਾ ਤੋਂ ਨਹੀਂ ਦੇਖਿਆ ਜਾਂਦਾ, ਤੇ ਆਖਿਰਕਾਰ ਉਸਦਾ ਪਿਤਾ ਉਸਨੂੰ ਬਾਹਰ ਕੱਢ ਲੈਂਦਾ। ਤੇ ਉਹਦੀ ਮਾਂ ਉਹਨੂੰ ਕਹਿੰਦੀ ਆ, ਪੁੱਤ ਵੀ ਤੈਨੂੰ ਜਮਾਂ ਡਰ ਨਹੀਂ ਲੱਗਿਆ ਵੀ ਤੇਰੇ ਪਿਤਾ ਨੇ ਤੈਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਸੀ, ਜਦੋਂ ਤੇਰੇ ਲੱਕ ਤੱਕ ਪਾਣੀ ਆ ਗਿਆ, ਆਖਿਰਕਾਰ ਤੇਰੇ ਮੂੰਹ ਤੱਕ ਪਾਣੀ ਆ ਗਿਆ, ਤਾਂ ਮੈਥੋਂ ਦੇਖਿਆ ਨਹੀਂ ਗਿਆ। ਮੈਂ ਤੇਰੇ ਪਿਤਾ ਦੇ ਤਰਲੇ ਕੀਤੇ ਤੇ ਉਸਨੂੰ ਤਰਲੇ ਪਾ ਕੇ ਤੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤੇ ਤੂੰ ਡਰਿਆ ਕਿਉਂ ਨਹੀਂ, ਤੂੰ ਰੌਲਾ ਕਿਉਂ ਨਹੀਂ ਪਾਇਆ। ਤਾਂ ਉਹਨੇ ਬੱਚੇ ਨੇ ਆਪਦੀ ਮਾਂ ਨੂੰ ਕਿਹਾ ਕਿ ਮਾਂ ਤੂੰ ਬਹੁਤ ਭੋਲੀ ਆ, ਤੈਨੂੰ ਨਹੀਂ ਪਤਾ ਕਿ ਇਹ ਡੋਰ ਮੇਰੇ ਪਿਤਾ ਦੇ ਹੱਥ ਸੀ, ਨਾ ਕਿ ਮੇਰੇ ਚਾਚੇ ਤਾਏ ਗੁਆਂਢੀ ਦੇ ਹੱਥ ਸੀ। ਇਹ ਡੋਰ ਮੇਰੇ ਪਿਤਾ ਦੇ ਹੱਥ ਸੀ, ਤਾਂ ਮੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਸੀ। ਤਾਂ ਇਹਦੀ ਮਾਂ ਬੱਚੇ ਦੀ ਕਹਿੰਦੀ ਆ ਕਿ ਇਹ ਤਾਂ ਸਹੀ ਗੱਲ ਹੈ ਕਿ ਤੇਰੇ ਪਿਤਾ ਹੱਥ ਡੋਰ ਸੀ, ਪਰ ਫਿਰ ਵੀ ਤੂੰ ਰੌਲਾ ਤਾਂ ਪਾਉਣਾ ਸੀ। ਤਾਂ ਬੱਚਾ ਕਹਿਣ ਲੱਗਾ ਕਿ ਮਾਂ ਜਦ ਤੱਕ ਮੇਰੇ ਪਿਤਾ ਜੀ ਮੇਰੇ ਸਿਰ ਤੇ ਨੇ, ਤਾਂ ਮੈਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ। ਇੱਥੇ ਤਾਂ ਕਿਸੇ ਜਨਿਆਏ ਪਿਤਾ ਦੀ ਗੱਲ ਕੀਤੀ ਆ, ਜੋ ਕਹਾਣੀ ਆ ਵੀ ਪਿਤਾ ਜੀ ਕਿਸੇ ਵੇਲੇ ਵੀ ਹੋਰ ਵੀ ਗੁੱਸੇ ਹੋ ਸਕਦੇ ਨੇ, ਪਰ ਜਿਸਨੇ ਆਪਣੇ ਜੀਵਨ ਦੀ ਡੋਰੀ ਉਸ ਪਰਮੇਸ਼ਰ ਨੂੰ ਦੇ ਦਿੱਤੀ, ਫਿਰ ਸਦਾ ਲਈ ਉਹ ਮੌਜਾਂ ਮਾਣਦਾ। ਤਾਂ ਇਸ ਕਰਕੇ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਆਪਾਂ ਨੂੰ ਸਵਾਸਾਂ ਰੂਪੀ ਡੋਰ ਇਹ ਉਸ ਰੱਬੀ ਪਰਮਾਤਮਾ ਹੱਥ ਦੇਣੀ ਚਾਹੀਦੀ ਹੈ। ਉਸਨੇ ਆਪਾਂ ਨੂੰ ਧਰਤੀ ਤੇ ਭੇਜਿਆਗਾ ਆਪਾਂ ਨੂੰ ਚੰਗੇ ਕੰਮ ਕਰਨ ਵਾਸਤੇ। ਤਾਂ ਇਸ ਕਰਕੇ ਆਪਾਂ ਨੂੰ ਉਸ ਸੱਚੇ ਪਰਮਾਤਮਾ ਦੀ ਡੋਰੀ ਫੜ ਕੇ ਉਸ ਪਰਮਾਤਮਾ ਦੇ ਕੰਮਾਂ ਨੂੰ ਉਸਦੇ ਪਰਮਾਤਮਾ ਦੇ ਕੰਮਾਂ ਨੂੰ ਮੰਨ ਕੇ ਅੱਗੇ ਜੀਵਨ ਸਫਲਾ ਕਰਨਾ ਚਾਹੀਦਾ ਗਾ। ਤੇ ਇਸ ਕਰਕੇ ਆਪਾਂ ਨੂੰ ਪਹਿਲਾਂ ਤਾਂ ਗੁਰਬਾਣੀ ਦੀ ਪੜ੍ਹਨਾ, ਵਿਚਾਰ, ਤੇ ਇਸ ਤੋਂ ਬਾਅਦ ਉਸ ਤੇ ਅਮਲ ਕਰਨਾ ਬਹੁਤ ਜ਼ਰੂਰੀ ਆ। ਜੇਕਰ ਆਪਾਂ ਅਮਲ ਕਰਾਂਗੇ ਫਿਰ ਹੀ ਆਪਾਂ ਜੀਵਨ ਸਫਲਾ ਹੋਵੇਗਾ। ਤੇ ਜਦੋਂ ਵੀ ਆਪਾਂ ਨੂੰ ਪਰਮਾਤਮਾ ਦੀ ਜ਼ਰੂਰਤ ਹੋਵੇ, ਆਪਾਂ ਨੂੰ ਲੱਗੇ ਆਪਾਂ ਆਪਣੇ ਰਸਤੇ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤਾਂ ਆਪਾਂ ਇਹ ਸ਼ਬਦ ਜ਼ਰੂਰ ਫਰਮਾਉਣਾ ਹੈ, ਪ੍ਰਭ ਡੋਰੀ ਹਾਥ ਤੁਮਾਰੇ। ਇਹਦਾ ਕਹਿਣਾ ਮੈਂ ਖਿਮਾ ਜਾਚਕਾਂ, ਅੱਖਰ ਵੱਧ ਘੱਟ ਬੋਲਦਾ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਹੀ ਸੋਹਣਾ ਵਿਸ਼ਾ ਲਿਆ ਜੀ। ਅਤੇ ਹੁਣ ਜੇਕਰ ਕੋਈ ਬੱਚਿਆਂ ਦਾ ਕੋਈ ਸਵਾਲ ਹੈ ਤਾਂ ਉਹ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਮਨਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਦਾਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਦਾ ਟੌਪਿਕ ਤਾਂ ਬਹੁਤ ਵਧੀਆ ਸੀ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਟੌਪਿਕ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਬੀਰ ਕੁੱਕਰ ਰਾਮ ਕੋ ਵਾਲੀ ਪੰਕਤੀ ਸ਼ੇਅਰ ਹੋ ਸਕਦੀ ਹੈ ਜੀ, ਤੇ ਇਹਦਾ ਅਰਥ ਵੀ ਦੱਸ ਦਿਓ ਜੀ। पंक्ति 4 होगी जी। कबीर कुकर राम को मुतिया मेरो नाओ, गले हमारे जेवरी जय खींचै तह जाओ। कबीर जी कहते हैं कि मैं तेरे दर दा कुत्ता बनना चाਹੁੰਦਾ ਹਾਂ। परमात्मा जी ਤੁਸੀਂ ਮੇਰੇ ਗਲ 'ਚ ਜੇਵੀ ਜੰਜੀਰ ਪਾਓ, ਜਿੱਧਰ ਤੁਸੀਂ ਮੈਨੂੰ ਖਿੱਚੋਗੇ ਤੇ ਉਧਰ ਹੀ ਮੈਂ ਜਾਣਾ ਚਾਹੁੰਦਾ ਹਾਂ ਤੇ ਮੈਂ ਤੇਰੇ ਦਰ ਤੇ ਰਹਿ ਕੇ ਤੇਰੀ ਸੇਵਾ ਕਰਨਾ ਚਾਹੁੰਦਾ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੈਕਸਟ ਜੀ ਅਨਮੋਲਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੇਰਾ ਕੁਐਸਚਨ ਹੈ ਕਿ ਜਿਹੜਾ ਅੱਜ ਵਿਸ਼ਾ ਸੀਗਾ ਪ੍ਰਭ ਡੋਰੀ ਹਾਥ ਤੁਮਾਰੇ, ਇਹ ਪੂਰਾ ਸ਼ਬਦ ਹੈ ਸਕਰੀਨ ਤੇ ਸ਼ੇਅਰ ਹੋ ਸਕਦਾ ਹੈ ਜੀ? ਕਿਵੇਂ ਜੀ? ਪੂਰੇ ਕੀ ਆਂਦਾ ਹੈ ਜੀ? हाँ जी, स्क्रीन से शब्द शेयर हो गया जी। एक बार मैं उच्चारण भी कर दिना गा। ਇਹ ਸ਼ਬਦ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੋਠ ਰਾਗ ਵਿੱਚ ਆ। ਪ੍ਰਭੂ ਜੀ ਫਰਮਾਉਂਦੇ ਨੇ, ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਹਮ ਬਾਰਿਕ ਤਉ ਸ਼ਰਨਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਨ ਲਾਗਾ। ਕਰੀ ਤੇਰਾ कराया रहाऊ, जी जंत तेरे तारे, प्रभ डोरी हाथ तुम्हारे। जे करावे सो करना, नानक दास तेरी सरना। ठीक है वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। वाहिगुरू जी का खालसा श्री वाहिगुरू जी की फतेह। ਵੀਰ ਜੀ ਮੇਰਾ ਕੋਈ ਕੁਐਸਚਨ ਤਾਂ ਨਹੀਂ ਸੀਗਾ, ਪਰ ਮੈਂ ਇੱਕ ਸਾਰਿਆਂ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ ਸੀਗਾ ਵੀ ਆਪਾਂ ਕਹਿ ਦਿੰਨੇ ਆ ਵੀ ਸਾਰਿਆਂ ਨੂੰ, ਆਪਾਂ ਅੱਜ ਕੱਲ ਸਾਰੇ ਵੈਸੇ ਪ੍ਰਚਾਰਕ ਬਣੇ ਫਿਰਦੇ ਆ, ਆਪਾਂ ਹਰੇਕ ਨੂੰ ਕਹਿ ਦਿੰਨੇ ਆ ਵੀ ਤੈਨੂੰ ਏਦਾਂ ਕਰਨਾ ਚਾਹੀਦਾ, ਤੈਨੂੰ ਏਦਾਂ ਕਰਨਾ ਚਾਹੀਦਾ। ਜਿਵੇਂ ਮੈਂ ਜਿੰਨੇ ਮੇਰੇ ਦੋਸਤ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਵੀ ਤੁਸੀਂ ਐਂ ਕਰੋ, ਤੁਸੀਂ ਐਂ ਕਰੋ, ਗੁਰਬਾਣੀ ਸਾਨੂੰ ਐਂ ਕਹਿੰਦੀ ਆ, ਤੁਸੀਂ ਐਂ ਕਰੋ। ਪਰ ਜਿਹੜੇ ਗੁਣ ਮੈਂ ਉਹਨਾਂ ਨੂੰ ਦੱਸਦਾ, ਉਹ ਗੁਣ ਮੇਰੇ ਵਿੱਚ ਨਹੀਂ ਹੈਗੇ। ਇਸ ਕਰਕੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਜਿਹੜੀ ਵੀ ਚੀਜ਼ ਕਿਸੇ ਵੀ ਬੰਦੇ ਨੂੰ ਅਸੀਂ ਕਹੀਏ, ਸਭ ਤੋਂ ਪਹਿਲਾਂ ਗੁਣ ਸਾਡੇ ਅੰਦਰ ਹੋਵੇ, ਤਾਂ ਹੀ ਜਿਹੜਾ ਪ੍ਰਮਾਤਮਾ ਉਹ ਸਾਡੀ ਮਦਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿਚਕਾਰ ਵੀ ਲਵਪ੍ਰੀਤ ਸਿੰਘ ਜੀ ਰਾਮਪੁਰਾ ਜ਼ੋਨ ਤੋਂ ਜੁੜੇ ਹਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ। ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਬੱਚੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੂੰ ਵਾਈਸੀ ਗੁਰਪ੍ਰੀਤ ਸਿੰਘ ਜੀ ਬਹੁਤ ਮਿਹਨਤ ਕਰਵਾ ਰਹੇ ਆ, ਔਰ ਉਹ ਵੀ ਵਧਾਈ ਦੇ ਪਾਤਰ ਹੈ ਤੇ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਵੀ ਵਧਾਈ ਦੇ ਪਾਤਰ ਹੈ ਤੇ ਇਹ ਬੱਚੇ ਵੀ ਵਧਾਈ ਦੇ ਪਾਤਰ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਇਹ ਬੱਚੇ ਗੁਰਮਤਿ ਵਿਦਿਆ ਵੀ ਲੈ ਰਹੇ ਹੈ। ਔਰ ਇਹ ਬੇਟੇ ਨੂੰ ਅਸੀਂ ਪੁੱਛਣਾ ਚਾਹਾਂਗੇ 2 ਮਿੰਟ ਲਈ ਕਿ ਬੇਟਾ ਲਵਪ੍ਰੀਤ ਸਿੰਘ ਜੀ, ਇਹ ਤੁਹਾਨੂੰ ਲਗਨ ਕਿੱਥੋਂ ਤੇ ਕਦੋਂ ਕਦੀ ਲੱਗੀ ਹੋਈ ਹੈ ਵੀਰ ਜੀ? ਹਾਂਜੀ, ਉਸ ਸਮੇਂ ਦੀ ਮੈਂ ਜੋ ਚੌਥੀ ਜਮਾਤ ਹੁੰਦਾ ਸੀਗਾ ਤੇ ਮੈਂ ਆਪਣੇ ਵੀਰ ਗੁਰਪ੍ਰੀਤ ਸਿੰਘ ਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਕੇਸਾਂ ਪ੍ਰਤੀ ਪ੍ਰੇਰਿਤ ਕਰ ਰਹੇ ਸਨ, ਤਾਂ ਮੈਂ ਵੀ ਗੁਰੂ ਘਰ ਉੱਥੇ ਇਹਨਾਂ ਦਾ ਆਪਣਾ ਵਿਸ਼ਾ ਸੁਣ ਰਿਹਾ ਸੀ ਤੇ ਮੈਂ ਚੌਥੀ ਜਮਾਤ ਹੁੰਦਾ ਸੀ ਉਸ ਵਕਤ। ਲਗਭਗ ਮੇਰੀ ਉਮਰ 7-8 ਸਾਲ ਦੀ ਹੋਈ ਆ ਤੇ ਮੈਂ ਗੁਰੂ ਘਰ ਭਾਈ ਜੀ ਦੀ ਪ੍ਰੇਰਨਾ ਦੇ ਨਾਲ ਸਦਕਾ ਜਾਣ ਲੱਗਾ। ਤਾਂ ਜਦੋਂ ਮੈਂ ਗੁਰਦੁਆਰਾ ਜਾਣ ਲੱਗਾ ਤਾਂ ਹੌਲੀ ਹੌਲੀ ਇਹਨਾਂ ਨੇ ਪਹਿਲਾਂ ਸਾਨੂੰ ਗੁਰਬਾਣੀ ਸਾਥਿਆ ਕਰਾਈ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਥਿਆ ਅਰਥ ਸਮੇਤ ਕਰਾਉਣੀ ਸ਼ੁਰੂ ਕਰਤੀ। ਤੇ ਹੁਣ ਬਾਅਦ ਵਿੱਚ ਭਾਈ ਸਾਹਿਬ ਸਾਨੂੰ ਰੋਜ਼ ਰੋਜ਼ਾਨਾ ਸ਼ਾਮ ਨੂੰ ਪਹਿਲਾਂ ਤਾਂ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਗੱਤਕੇ ਕੀਰਤਨ ਦੀਆਂ, ਫਿਰ ਗੁਰਬਾਣੀ ਬੱਚਿਆਂ ਦੀਆਂ, ਆਖਰ ਨੂੰ ਜੀ ਜੋ ਪਿੰਡ ਦੇ ਵਿੱਚ ਹੁੰਦੇ ਆ ਨੌਜਵਾਨ ਵੀਰ ਬਜ਼ੁਰਗ, ਉਹਨਾਂ ਦੇ ਗੁਰਬਾਣੀ ਦੀਆਂ ਕਲਾਸਾਂ ਲਾਉਂਦੇ ਆ।
ਇਸ ਤੋਂ ਇਲਾਵਾ ਆਪ ਜੀ ਕੋਈ ਕਿਸੇ ਹੋਰ ਕਲਾਸ ਦੇ ਵਿੱਚ ਵੀ ਹਿੱਸਾ ਲੈ ਰਹੇ ਹੋ? ਵੀਰ ਗੁਰਪ੍ਰੀਤ ਸਿੰਘ ਜੀ ਕੋਲੇ ਦੁਨਿਆਵੀ ਪੜ੍ਹਾਈ ਤੋਂ ਇਲਾਵਾ ਗੁਰਮਤਿ ਦੀ ਕਲਾਸ ਲੱਗਦੀ ਹੈ, ਇਸ ਤੋਂ ਇਲਾਵਾ ਹਾਂਜੀ। ਕਿਸੇ ਹੋਰ 'ਚ ਵੀ ਹਿੱਸਾ ਲੈ ਰਹੇ ਹੋ? ਇਸ ਤੋਂ ਨਾਲ ਅਸੀਂ ਸਮਾਜ ਵਿੱਚ ਜੀ ਕੋਈ ਚੰਗੇ ਉਪਰਾਲੇ ਵਧਿਆ, ਜਿਵੇਂ ਜੀ ਹੁਣ ਅਸੀਂ ਕੁਝ ਕੁ ਸਮਾਂ ਪਹਿਲਾਂ ਦਰਖਤ ਲਾਉਣੇ ਸ਼ੁਰੂ ਕੀਤੇ ਨੇ ਜੀ। ਅਸੀਂ ਆਪਣੇ ਪਿੰਡ 'ਚ ਜੋ ਗੁਰਦੁਆਰੇ ਬੱਚੇ ਗੁਰਦੁਆਰਾ ਸਾਹਿਬ ਆਉਂਦੇ ਨੇ, ਉਹਨਾਂ ਨੂੰ ਦਰਖਤ ਦੇ ਕੇ ਵੀ ਘਰੇ ਆਪਣੀ ਜਿਵੇਂ ਹਰਿਆਵਲੀ ਦੀ ਜ਼ਰੂਰਤ ਆ, ਦਰਖਤਾਂ ਦੀ ਦਿਨ ਪ੍ਰਤੀ ਦਿਨ ਕਟਾਈ ਹੋ ਰਹੀ ਆ, ਤਾਂ ਅਸੀਂ ਕੁਝ ਕੁ ਦਿਨ ਪਹਿਲਾਂ ਉਪਰਾਲਾ ਕੀਤਾ ਸੀਗਾ ਵੀ ਦਰਖਤ ਵੰਡੇ ਜਾਣ। ਤੇ ਜਿਵੇਂ ਪਹਿਲਾਂ ਲੋਕਡਾਊਨ ਲੱਗਿਆ ਸੀਗਾ ਤਾਂ ਜੀ ਵੀਰ ਜੀ ਦੀ ਗੁਰਪ੍ਰੀਤ ਸਿੰਘ ਜੀ ਦੀ ਸਹਾਇਤਾ ਨਾਲ ਅਸੀਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਇਕੱਠਾ ਕਰਕੇ ਜਿਵੇਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਜੀ। ਬਹੁਤ ਵਧੀਆ ਬੇਟਾ ਜੀ। ਅਸੀਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੇ ਕਿ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਜਿਹੜੀ ਟੀਮ ਹੈ ਉਹ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਸਿੱਖਿਆ ਵੀ ਲੈ ਰਹੀ ਹੈ, ਬਹੁਤ ਅੱਗੇ ਜਾ ਰਿਹਾ। ਵੱਧ ਤੋਂ ਵੱਧ ਜਿਸ ਤਰ੍ਹਾਂ ਵੀਰ ਲਵਪ੍ਰੀਤ ਸਿੰਘ ਜੀ ਨੇ ਅੱਜ ਦਾ ਸੈਸ਼ਨ ਲਿਆ, ਵੱਧ ਤੋਂ ਵੱਧ ਸਾਰੇ ਬੱਚੇ ਅੱਜ ਦਾ ਸੈਸ਼ਨ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਸੈਸ਼ਨ ਲੈਣ ਲਈ ਆਪਣੇ ਵਾਈਸੀ ਨੂੰ ਵੀ ਤੁਸੀਂ ਗੱਲਬਾਤ ਕਰਕੇ ਤੇ ਉਹਨਾਂ ਤੋਂ ਸੈਸ਼ਨ ਲੈ ਸਕਦੇ ਹੋ ਜੀ। ਤੇ ਜੇ ਕੋਈ ਹੈਂਡਰੇਜ ਨਹੀਂ ਹੈ ਤਾਂ ਮੈਂ ਬੇਟੀ ਨੂੰ ਕਹਾਂ ਕਿ ਇੱਥੇ ਕੈਂਪ ਦੀ ਸਮਾਪਤੀ ਕੀਤੀ ਜਾਵੇਗੀ। ਤੇ ਧੰਨਵਾਦ ਜੀ ਕੈਂਪ ਜਿੰਨਾ ਮੈਨੂੰ ਬੋਲਣ ਦਾ ਮੌਕਾ ਦਿੱਤਾ। ਹੁਣ ਇੱਥੇ ਹੀ ਆਪਣੇ ਕੈਂਪ ਦੀ ਸਮਾਪਤੀ ਹੈ ਜੀ। विद्या विचारी ता पर उपकारी